क्योंकि कोशिश मेरी यही है भी मेरी जिहड़ी प्रार्थना मेरी ना होवे, तुहाडे वास्ते होवे। क्योंकि मैनू पता है बचन दसदे ने उस च जे वो पूरी हुंदी है, उस च मेरी प्रार्थना पूरी होगी, उस च मेरा काम पूरा हो। बचन कहते हैं अपन में ਉਹਦੇ ਕਰਕੇ मैं ਤੁਹਾਨੂੰ ਸਾਰਿਆਂ ਨੂੰ हमेशा अपने ਅਸੀਂ ਸਾਰੇ ਤੁਹਾਨੂੰ ਮੂਹਰੇ ਰੱਖ ਰਹੇ ਆਪਣੇ ਘਰ 'ਚ प्रार्थना 'ਚ। ਤੇ ਪਰਮੇਸ਼ਰ ਨੇ ਮੇਰੇ ਮਨ 'ਚ ਪਾਇਆ ਕਿ ਆਹ ਬਚਨ ਵੈਸੇ ਮੈਂ ਇਹ ਪਿਛਲੇ ਸੰਡੇ ਕਰਨਾ ਸੀਗਾ ਉਹ YouTube ਤੇ ਤੁਹਾਡੇ ਵਾਸਤੇ, ਪਰ ਇਹ ਰੋਜਰ ਹੁਣੀ ਗਏ ਹੋਏ ਸੀਗੇ, ਉਹਦੇ ਕਰਕੇ ਹੋਈ ਨਹੀਂ ਗੱਲ। ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਤੁਹਾਡੇ ਨਾਲ ਅਗਲੇ ਸੰਡੇ ਸਾਂਝੀ ਕਰਾਂਗੇ। ਇਹ ਬਚਨ ਹੈ ਜੀ, ਆਪਾਂ ਅੱਜ ਕੀ ਕਹਿੰਦੇ ਜੇਮਸ ਨੂੰ ਕੀ ਕਹਿੰਦੇ, ਜੀਸਸ ਦਾ ਜਿਹੜਾ ਭਰਾ ਸੀ, ਯਾਕੂਬ ਜੌਨ ਨੂੰ ਕੀ ਕਹਿੰਦੇ ਤੁਸੀਂ? ਮੈਂ ਕਿਹਾ ਉਹ ਯਾਕੂਬ ਹੋਊਗਾ। ਇਹਦਾ ਚੌਥਾ ਚੈਪਟਰ ਪੜ੍ਹਨਾ ਆਪਾਂ ਅੱਜ, ਥੋੜਾ ਹੀ ਪੜ੍ਹਨਾ, ਛੋਟਾ ਹੀ ਆ। ਪਰਮੇਸ਼ਰ ਨੇ ਮੇਰੇ ਮਨ 'ਚ ਪਾਇਆ ਸੀਗਾ ਦੋਗਲੀ ਚਾਲ। ਜੀਸਸ ਦੇ ਬਚਨ ਆਏ ਸੀ ਮੇਰੇ ਮਨ 'ਚ। ਜੀਸਸ ਨੇ ਕੀ ਕਿਹਾ? ਕਹਿੰਦਾ ਆਪਾਂ ਦੋ ਮਾਸਟਰ ਨੂੰ ਕੀ ਕਹਿੰਦੇ, ਮਾਲਕਾਂ ਦੀ ਸੇਵਾ ਨਹੀਂ ਕਰ ਸਕਦੇ, ਆਪਾਂ ਨੂੰ ਇੱਕ ਚੁਣਨਾ ਪੈਣਾ। ਇਹ ਸੱਚਾਈ ਆ ਆਪਣੇ ਵਾਸਤੇ, ਸਾਰਿਆਂ ਵਾਸਤੇ, ਮੇਰੇ ਵਾਸਤੇ ਵੀ, ਤੁਹਾਡੇ ਵਾਸਤੇ ਵੀ, ਸਾਰਿਆਂ ਵਾਸਤੇ, ਕਿ ਆਪਣੀ ਜਿਹੜੀ ਦਿਮਾਗੀ ਗੱਲ ਹੈ, ਰੂਹ ਦੀ ਗੱਲ ਹੈ, ਉਹ ਪਰਮੇਸ਼ਰ ਨਾਲ ਇੱਕ ਹੋਵੇ। ਜਦ ਤੱਕ ਇੱਕ ਨਹੀਂ ਹੁੰਦੀ ਤਦ ਤੱਕ ਆਪਾਂ ਨੂੰ ਪੂਰਾ ਆਪਣਾ ਜੀਸਸ ਨੂੰ ਫਾਲੋ ਕਰਨ ਦਾ ਫਾਇਦਾ ਮਿਲਣਾ ਨਹੀਂ। ਆਪਾਂ ਕਿਸ ਵਾਸਤੇ ਆਏ ਹਾਂ ਉਰੇ? ਫਾਇਦੇ ਵਾਸਤੇ ਹੀ ਆਏ ਹਾਂ। ਕੀ ਫਾਇਦਾ ਕਿ ਸਾਡੀ ਜ਼ਿੰਦਗੀ ਚੰਗੀ ਹੋ ਜਾਵੇ, ਸਾਡੀ ਰੂਹ ਬਚ ਜਾਵੇ। ਜਿਹੜਾ ਪਰਮੇਸ਼ਰ ਨੇ ਵਾਅਦਾ ਕੀਤਾ ਵੀ ਤੁਸੀਂ ਵੀ ਮੇਰੇ ਨਾਲ ਹੋਵੋਗੇ, ਉਹ ਫਿਰ ਹੋ ਵੀ ਜਾਵੇ। ਕੱਲਾ ਇਹ ਅੱਖਰੇ ਨਾ ਰਹਿ ਜਾਣ, ਪਰ ਇਹ ਰਿਐਲਿਟੀ ਹੋ ਜਾਵੇ। ਆਪਾਂ ਇਹ ਚਾਹੁੰਦੇ ਹਾਂ। ਆਪਾਂ ਹਾਂ ਮੂਹਰੇ ਸਵਰਗ ਦੇਖਿਆ ਨਹੀਂ, ਪਰ ਆਪਾਂ ਨੂੰ ਪਤਾ ਹੈਗਾ ਕੁਛ ਨਾ ਕੁਛ ਹੈਗਾ ਜਿਹੜਾ ਪਰਮੇਸ਼ਰ ਦਾ ਘਰ ਹੈ। ਜੇ ਉਹਨੇ ਕਿਹਾ ਮੈਂ ਚੱਲਿਆ ਕਿਉਂਕਿ ਤੁਹਾਡੇ ਵਾਸਤੇ ਤਿਆਰੀ ਕਰਨ ਨੂੰ ਉੱਥੇ ਜਗ੍ਹਾ ਕੋਈ ਵੀ ਜੋ ਵੀ ਹੈ, ਤਾਂ ਕਿ ਤੁਸੀਂ ਮੇਰੇ ਨਾਲ ਹੋਵੋ, ਜਿੱਥੇ ਮੈਂ ਆਨੰਦ ਲੈਣਾ ਤੁਸੀਂ ਵੀ ਆਨੰਦ ਲੈ ਸਕੋ। ਜੇ ਹੋ ਜਵੇ ਤਾਂ ਹੀ ਆਪਣੀ ਜ਼ਿੰਦਗੀ ਦਾ ਸਫ਼ਰ ਹੈ ਜਿਹੜਾ ਪੂਰਾ ਹੋਊਗਾ, ਤਾਂ ਹੀ ਜਿਉਣ ਦਾ ਫਾਇਦਾ, ਨਹੀਂ ਤਾਂ ਕੋਈ ਫਾਇਦਾ ਨਹੀਂ ਹੈ। ਉਹਦੇ ਕਰਕੇ ਆਪਾਂ ਨੂੰ ਇਹ ਬਹੁਤ ਇੰਪੋਰਟੈਂਟ ਆਪਣੇ ਸਾਰਿਆਂ ਵਾਸਤੇ ਕਿ ਹਰ ਇੱਕ ਗੱਲ ਜੋ ਆਪਾਂ ਕਰਦੇ ਹਾਂ, ਆਪਾਂ ਕੋਸ਼ਿਸ਼ ਕਰੀਏ ਵੀ ਆਪਣੀ ਕੀ ਆ, ਉਸ ਤੋਂ ਦੋ ਮਾਲਕ ਨਾ ਹੋਣ। ਉਰੇ ਯਹੋਨਾ ਦਾ ਜਿਹੜਾ, ਚਲੋ ਮੈਂ ਦੱਸ ਦਿਨਾ ਆਲਰੇਡੀ, ਇਹਦਾ ਕੀ ਆ, ਇਹਦਾ ਇਸ 'ਚ ਆਲਰੇਡੀ ਲਿਖਿਆ ਨੇ ਡਬਲ ਮਾਈਂਡਡ, ਦੁੱਗਣੀ ਸੋਚ, ਦੋਹਰੀ ਸੋਚ। ਆਪਾਂ ਸਾਰੀ ਕਰਦੇ, ਦੋਗਲੀ ਚਾਲੇ ਕਹਿ ਲਓ, ਆਪਾਂ ਸਾਰੀ ਕਰਦੇ। ਇਹ ਆਪਾਂ ਨੂੰ ਛੱਡਣਾ ਪੈਣਾ। Today's message, I was telling them that a few weeks ago, well, almost a couple of weeks ago, I was praying, and as I prayed, I tried to pray with, call out everybody's name, and put their prayers and needs first. Well, I don't know all their needs, but I do know what they, where they're standing as a family in believing in Christ. So I put that first, and God, everything in their heart. And as I was praying, the word of the Lord came to me, saying that the word of Christ in Matthew, where He said, "No one can serve two masters and live or survive," or any other word you want to use describe to the relationship. He said you have to choose one or the other, and that's true
if we want to survive spiritually, we have to live that physically first. So today, because of that, we're going to start first with James chapter 4. ਆਪਾਂ ਨੂੰ ਬਾਈਬਲ ਦੀ ਜਿਹੜੀ ਵੀ ਸਾਰੀ ਗੱਲਾਂ ਨੇ ਤੁਹਾਡੀਆਂ, ਇਹ ਰੂਹ ਦੀ ਗੱਲਾਂ ਨੇ, ਪਰ ਰੂਹ ਦੀ ਗੱਲ ਨੂੰ ਪੂਰਾ ਹੋਣ ਨੂੰ ਕਿੱਥੇ ਦੀ ਸ਼ੁਰੂਆਤ ਹੈ? ਆਪਣੇ ਸਰੀਰ 'ਚ। ਆਪਣੇ ਸਰੀਰ, ਆਪਣੀ ਜ਼ਿੰਦਗੀ 'ਚ ਆਪਾਂ ਨੂੰ ਚੱਲਣਾ ਪੈਣਾ ਪਹਿਲਾਂ, ਰਹਿਣਾ ਪੈਣਾ ਪਹਿਲਾਂ, ਮੰਨਣਾ ਪੈਣਾ ਪਹਿਲਾਂ, ਤਾਂ ਆਪਾਂ ਰੂਹ 'ਚ ਪੂਰੇ ਹੋ ਸਕਾਂਗੇ। ਮੈਂ ਨਹੀਂ ਕਿਹਾ ਹੋ ਜਾਵਾਂਗੇ ਇੱਕਦਮ, ਉਹ ਵੀ ਪ੍ਰੋਸੈਸ ਹੈ। ਆਪਾਂ ਜੇ ਸਰੀਰ 'ਚ, ਮਤਲਬ ਸਰੀਰ ਕੀ ਹੈ? ਸਰੀਰ ਹੋ ਗਿਆ, ਦਿਮਾਗ ਹੈ, ਇਹ ਸਰੀਰ ਹੈ, ਸੋਚ ਹੈ ਜਿਹੜੀ, ਇਹ ਸਰੀਰ ਹੈ। ਜੇ ਉਸ 'ਚ ਆਪਣੀ ਸੋਚ 'ਚ, ਆਪਣੇ ਚੱਲਣ 'ਚ, ਆਪਣੇ ਰਹਿਣ 'ਚ, ਆਪਣੇ ਕੰਮ 'ਚ, ਕੋਈ ਵੀ ਹੈ ਜਿਹੜੀ ਆਪਣੇ ਸਰੀਰ ਦੇ ਨਾਲ ਗੱਲ ਹੈ, ਜੇ ਉਸ 'ਚ ਆਪਾਂ ਇੱਕ ਹੋਵਾਂਗੇ ਪਰਮੇਸ਼ਵਰ ਦੇ ਵਚਨ 'ਚ, ਤਾਂ ਆਪਾਂ ਰੂਹ 'ਚ ਵਧਾਂਗੇ ਤੇ ਰੂਹ 'ਚ ਇੱਕ ਹੋਵਾਂਗੇ। ਇਸੇ 'ਚ ਆਈ ਆਪਾਂ ਇਹ ਨਹੀਂ ਕਹਿ ਸਕਦੇ ਮੈਂ ਜੀਸਸ ਨੂੰ ਮੰਨ ਲਿਆ ਤੇ ਬਾਕੀ ਗੱਲਾਂ 'ਚ ਮੈਂ ਕਮਜ਼ੋਰ ਹਾਂ, ਮੈਂ ਬਾਕੀ ਉਹਦੇ ਵਚਨ ਮੰਨ ਨਹੀਂ ਸਕਦਾ ਕਿਉਂਕਿ ਉੱਥੇ ਕਮਜ਼ੋਰ ਹੈ, ਮੇਰੇ ਤੋਂ ਗਲਤੀਆਂ ਹੁੰਦੀਆਂ ਨੇ, ਤੇ ਕੋਈ ਗੱਲ ਨਹੀਂ, ਪਰ ਰੂਹ 'ਚ ਮੈਂ ਮੰਨਦਾ। ਹੁਣ ਚਲੋ ਮੈਂ ਨਾਂ ਨਹੀਂ ਲੈਂਦਾ, ਇੱਕ ਆਪਣੇ ਫੈਮਿਲੀ ਆਉਂਦੇ ਨੇ, ਉਹ ਡਿਫਰੈਂਟ ਚਰਚਾਂ ਚਲੇ ਜਾਂਦੇ ਆ, 3 ਚਰਚਾਂ ਚਲੇ ਜਾਂਦੇ ਆ, ਉਰੇ ਵੀ ਆਉਂਦੇ ਨੇ, ਮਾਂ ਹੈ ਜਿਹੜੀ ਉਹ ਹੋਰ ਚਰਚ ਦੀ ਮੈਂਬਰ ਵੀ ਆ, ਪੋਤਾ ਜਿਹੜੇ ਫੈਮਿਲੀ ਦਾ ਉਹ ਹੋਰ ਚਰਚ ਦੇ ਮੈਂਬਰ ਨੇ। ਡਿਵੀਜ਼ਨ ਆ ਗਈ, ਪਰ ਉਹ ਕਹਿੰਦੇ ਆ ਵੀ ਅਸੀਂ ਮੰਨਦੇ ਤਾਂ ਜੀਸਸ ਨੂੰ ਆ, ਅਸੀਂ ਇੱਕ ਜੀ, ਪਰ ਇੱਕ ਘਰ ਵੀ ਅਪਣਾ ਲਓ। ਬਾਈਬਲ 'ਚ ਬਹੁਤ ਵਾਰ ਲਿਖਿਆ, ਪਰਮੇਸ਼ਵਰ ਨੇ ਕਿਹਾ, ਪਿਤਾ ਨੇ ਕਿਹਾ, ਕਹਿੰਦਾ ਮੈਂ ਜਿੱਥੇ ਆਪਣਾ ਨਾਂ ਰੱਖੂਗਾ ਉੱਥੇ ਜਾਓ ਤੁਸੀਂ। ਇਹ ਨਾ ਹੋਵੇ ਜਿਵੇਂ ਇਜ਼ਰਾਈਲੀਆਂ ਨੇ ਇੱਕ ਵਾਰ ਕੀ ਕੀਤਾ, ਕਹਿੰਦਾ ਹਰ ਇੱਕ ਪਹਾੜ ਦੇ ਕਹਿੰਦਾ ਟਾਪ ਤੇ ਟੀਸੀ ਤੇ, ਹਰ ਇੱਕ ਪਹਾੜ ਦੀ ਟੀਸੀ ਤੇ, ਹਰ ਇੱਕ ਪੇੜ ਦੇ ਥੱਲੇ ਤੁਸੀਂ ਤਾਂ ਰੂਹ ਦਾ ਜਨਾਹ ਕਰਦੇ ਹੋ, ਸਰੀਰ ਦਾ ਨਹੀਂ, ਰੂਹ ਦਾ ਜਨਾਹ। ਕੀ ਇੱਕ ਰਾਹ ਨਹੀਂ ਚੱਲ ਰਿਹਾ, ਆ ਵੀ ਚੱਲ ਮੰਨਦੇ ਆ, ਪਰ ਇੱਧਰ ਆ ਵੀ ਕਰ ਲਿਆ, ਉਹ ਵੀ ਕਰ ਲਿਆ, ਉਹ ਵੀ ਕਰ ਲਿਆ। ਉਹਦੇ ਕਰਕੇ ਜੇ ਆਪਾਂ ਆਪਣੇ ਆਪ ਨੂੰ ਕਹਿੰਦੇ ਨਾ ਵੀ ਮੈਂ ਜੀਸਸ ਨੂੰ ਮੰਨਦਾ, ਪਰ ਆਪਾਂ ਇੱਧਰ ਵੀ ਛਾਲ ਮਾਰ ਦਿੰਦੇ ਆ ਵੀ ਛਾਲ ਮਾਰ ਦਿੰਦੇ ਆ। ਚਲੋ ਚਰਚ ਦਾ ਤਾਂ ਐਗਜ਼ਾਮਪਲ ਦੇ ਰਿਹਾ ਮੈਂ, ਪਰ ਆਪਾਂ ਆਪਣੇ ਸੋਚ 'ਚ ਵੀ ਆਹ ਛਾਲ ਮਾਰ ਦਿੰਦੇ ਆ, ਆਹ ਛਾਲ ਮਾਰ ਦਿੰਦੇ ਆ, ਆਹ ਛਾਲ ਮਾਰ ਦਿੰਦੇ ਆ, ਉੱਥੇ ਗੱਲ ਬਣਨੀ ਨਹੀਂ। ਹਾਂ, ਆਪਣੀ ਜ਼ਿੰਦਗੀ 'ਚ ਆਪਾਂ ਸ਼ਾਇਦ ਅਸਰ ਇੱਕਦਮ ਨਾ ਦੇਖੀਏ ਉਹਦਾ, ਪਰ ਰਿਜ਼ਲਟ ਜ਼ਰੂਰ ਦੇਖਾਂਗੇ ਉਹਦਾ। ਕੀ ਰਿਜ਼ਲਟ ਦੇਖਾਂਗੇ? ਆਪਣੀਆਂ ਪ੍ਰਾਰਥਨਾ ਨੇ ਸੁਣੀ ਨਹੀਂ ਜਾਣਗੀਆਂ, ਆਪਣੀਆਂ ਬਰਕਤਾਂ ਨੇ ਰੁਕ ਜਾਣਗੀਆਂ, ਆਪਣਾ ਜਿਹੜਾ ਅੱਗਾ ਹੈ ਤੁਹਾਡਾ ਕੁਝ ਵੀ ਆ ਉਹਦੇ 'ਚ ਪ੍ਰੋਬਲਮ ਆਉਣ ਲੱਗ ਜਾਣਗੀਆਂ। ਇਸ 'ਚ ਇਹ ਆ ਕਿਉਂਕਿ ਬਾਈਬਲ ਦੇ ਨਾਲ ਜੇ ਆਪਣੀ ਜ਼ਿੰਦਗੀ ਦੀ ਗੱਲ ਰਲਦੀ ਨਹੀਂ, ਜ਼ਿੰਦਗੀ ਦੀ, ਫਿਰ ਰੂਹ ਦੀ ਵੀ ਨਹੀਂ ਰਲਦੀ, ਰੂਹ ਦੀ ਵੀ ਨਹੀਂ ਰਲਦੀ। ਯੋਹੰਨਾ ਦਾ ਤੁਹਾਡਾ 4 ਚੈਪਟਰ ਪਹਿਲੀ ਵਰਸ, James chapter 4 verse 1. What causes fights and quarrels among you? Don't they come from your desire that battles within you? What does it mean? He's asking, he says, the fight, the struggle that is going in our lives, they're not from an outside, they're from within us. ਆਪਣੀ ਜ਼ਿੰਦਗੀ 'ਚ ਜਿਹੜੀ ਤਕਲੀਫਾਂ ਨੇ ਉਹਦੀ ਸ਼ੁਰੂਆਤ ਕਿੱਥੋਂ ਹੋ ਰਹੀ ਆ, ਤੇ ਉਹ ਆ ਕਿੱਥੋਂ ਰਹੀਆਂ ਨੇ, ਕਿੱਥੋਂ ਵੱਧ ਰਹੀਆਂ ਨੇ? ਉਹ ਵਿੱਚੋਂ ਵੱਧ ਰਹੀਆਂ ਨੇ, ਰੂਹ ਦੇ ਵਿੱਚੋਂ।
क्योंकि जिंदगी जे सही नहीं है ਉਹਦਾ ਅਸਰ ਰੂਹ ਤੇ ਵੀ ਪੈਣਾ। ਆਪਣੇ ਸਰੀਰ ਦੀਆਂ ਗੱਲਾਂ, ਸੋਚ ਹੈ ਜਿਹੜੀ, ਚੱਲਣ ਹੈ ਜਿਹੜਾ, ਸਹੀ ਨਹੀਂ ਹੈ ਜੇ ਪਰਮੇਸ਼ਵਰ ਦੇ ਨਾਲ ਰਲਦਾ ਨਹੀਂ, ਰੂਹ ਸਹੀ ਨਹੀਂ ਹੈ ਫਿਰ ਤੇ ਤਕਲੀਫ ਆਣੀ ਹੈ। ਤਾਂ ਹੀ ਉੱਥੇ ਤਕਲੀਫਾਂ ਆਣਗੀਆਂ, ਖੁਦ ਦੇ ਵਿੱਚ ਲੜਾਈਆਂ ਆਣਗੀਆਂ, ਖੁਦ ਦੇ ਵਿੱਚ ਗੱਲਾਂ ਹੋਣਗੀਆਂ ਜਿਹੜੀ ਆਪਣੇ ਜ਼ਿੰਦਗੀ 'ਚ ਤੁਹਾਨੂੰ ਖੁਸ਼ ਨਹੀਂ ਰੱਖਣਾ ਉਹਨੇ। ਹੁਣ ਬਹੁਤ ਲੋਕ ਨੇ, ਕੱਲੇ ਇਹ ਨਹੀਂ ਚਰਚ ਵਾਲੇ, ਬਹੁਤ ਜਿਹੜੇ ਬਾਹਰਲੇ ਵੀ ਲੋਕ ਨੇ, ਉਹਨਾਂ ਦੇ ਕਿਉਂ ਤਕਲੀਫਾਂ ਨੇ ਜ਼ਿੰਦਗੀਆਂ 'ਚ, ਕਿਉਂ ਖੁਸ਼ੀ ਨਹੀਂ ਹੈ। ਹਾਂ, ਪੈਸਾ ਬਹੁਤ ਬਣਾਇਆ ਉਰੇ ਆਪਣੇ ਇੰਡੀਅਨਾਂ ਨੇ, ਢੇਰੀ ਲਾਈ ਪਈ ਹੈ ਪੈਸਾ, ਬੜਾ ਕੰਮ ਕਾਰ ਕਰਕੇ ਬਣਾ ਕੇ, ਪਰ ਘਰਾਂ 'ਚ ਤਕਲੀਫਾਂ ਫਿਰ ਵੀ ਕਿਉਂ ਨੇ। ਬਿਮਾਰੀਆਂ ਦਾ ਹੱਲਿਆ ਤਾਂ ਗੱਲ ਨੇ, ਉਹ ਤਕਲੀਫਾਂ ਕਿਉਂ ਨੇ? ਕਿਉਂਕਿ ਰੂਹ 'ਚ ਤਕਲੀਫ ਹੈ। ਪੈਸੇ ਨੇ ਰੂਹ ਨੂੰ ਨਹੀਂ ਠੀਕ ਕਰ ਦੇਣਾ। ਪੈਸੇ ਨਾਲ ਤੁਸੀਂ ਪਰਮੇਸ਼ਵਰ ਨੂੰ ਖਰੀਦ ਨਹੀਂ ਸਕਦੇ, ਉਹਦੀ ਬਰਕਤ ਨੂੰ ਨਹੀਂ ਖਰੀਦ ਸਕਦੇ, ਉਹਦੀ ਦਇਆ ਨੂੰ ਨਹੀਂ ਖਰੀਦ ਸਕਦੇ। ਬਾਈਬਲ ਆਪਾਂ ਨੂੰ ਦੱਸਦੀ ਆ ਬਾਹਰਲਿਆਂ ਨੂੰ ਨਹੀਂ, ਅੰਦਰਲਿਆਂ ਨੂੰ ਹੈ, ਜਿਹੜੇ ਆ ਕੇ ਚੰਦਾ ਪਾਉਂਦੇ ਨੇ। ਕੀ ਕਹਿੰਦਾ ਬਾਈਬਲ, ਕੀ ਕਹਿੰਦੀ ਆਪਾਂ ਨੂੰ? ਕਹਿੰਦਾ ਮੈਂ ਤੁਹਾਡੇ ਚੰਦੇ ਨੂੰ ਰੋਣਾ, ਕਹਿੰਦਾ ਤੁਹਾਡੇ ਚੰਦੇ ਨੂੰ ਮਾਰਦਾ ਮੈਂ, ਤੁਹਾਡੇ ਇਹ ਆਪਣਾ, ਚਲੋ ਹੁਣ ਚੰਦਾ, ਪੁਰਾਣੇ ਟਾਈਮ ਕੁਰਬਾਨੀ ਸੀ, ਕਹਿੰਦਾ ਤੁਹਾਡੀ ਕੁਰਬਾਨੀ ਨੂੰ, ਇਹ ਤੋਹਫੇ ਨੂੰ, ਕਿਵੇਂ ਇਹਨੂੰ ਇਹਦੇ ਖੁਸ਼ ਹੋਣਾ ਮੈਂ, ਵਾਹ ਵੀ ਤੁਸੀਂ ਆ ਕੇ ਸਿੱਟਦਾ। ਇਹ ਕਿਹੜਾ ਉਹ ਗੁਰਦੁਆਰੇ ਵਾਲੀ ਗੱਲ ਹੈ, ਬਾਬਿਆਂ ਵਾਲੀ ਗੱਲ ਹੈ, ਜਿੱਥੇ ਉਹ $500 ਦਾ ਚੱਕ ਸੱਟਿਆ, ਉਸੇ ਟਾਈਮ ਬਾਬਾ ਜਿਹੜਾ ਪਿੱਛੇ ਜਿਹੜਾ ਉਹਨੂੰ ਦਿਖਦਾ ਪੈਸੇ ਪਾਉਂਦੇ, ਜੋ ਕੱਢ ਕੇ ਪਰਸ ਚੋਂ ਸਿੱਟ ਰਿਹਾ ਜਾਂ ਕੁਝ ਵੀ ਆ, ਉਸ ਟਾਈਮ ਬਾਬਾ ਖੁਸ਼ ਹੋ ਜਾਂਦਾ, ਕਿਉਂਕਿ ਰਾਤ ਨੂੰ ਪਤਾ ਉਹਨੂੰ ਕੱਢ ਸਕਦਾ। ਉਹ ਤਾਂ ਗੱਲ ਹੈ ਨਹੀਂ ਉਰੇ। ਪਰਮੇਸ਼ਰ ਨੂੰ ਆਪਾਂ ਉਸ ਗੱਲ ਤੋਂ ਖਰੀਦ ਨਹੀਂ ਸਕਦੇ, ਉਹਨੂੰ ਆਪਣੇ ਵਾਸਤੇ ਇਹ ਨਹੀਂ ਕਹਿ ਸਕਦੇ ਵੀ ਆਪਣੇ ਉਹ ਐਕਸ਼ਨ ਨਾਲ ਵੀ ਆਪਾਂ ਉਹਦੇ ਫੇਵਰੇਟ ਹੋ ਜਾਾਂਗੇ, ਵੀ ਆਹ ਮੇਰਾ ਚੇਲਾ ਵੀ ਉਹ $1000 ਸੱਟ ਕੇ ਆਉਂਦਾ, ਇਹਦਾ ਬਹੁਤ ਮੇਰਾ ਫੇਵਰੇਟ ਹੈ ਕਿਉਂਕਿ ਸਭ ਤੋਂ ਜ਼ਿਆਦਾ ਦਿੰਦਾ। ਇਸ ਤਰ੍ਹਾਂ ਹੁੰਦੀ ਨਹੀਂ ਗੱਲ। ਉਹਦੇ ਕਰਕੇ ਆਪਣੀ ਜੇ ਰੂਹ ਸਹੀ ਨਹੀਂ ਹੈ, ਸਰੀਰ ਵੀ ਸਹੀ ਨਹੀਂ ਹੋਗਾ, ਸੋਚ ਵੀ ਸਹੀ ਨਹੀਂ ਹੋਗੀ, ਲੜਾਈ ਚੱਲੂਗੀ ਉੱਥੇ। ਕਿਉਂ? ਕਿਉਂਕਿ ਉੱਥੇ ਦੂਸਰਾ ਹੈ। ਹੁਣ verse 2, you desire but you do not have, so you kill, you covet, you wish but you cannot get what you want, so you quarrel and fight. You do not have because you do not ask God. ਕੀ ਕਹਿੰਦਾ ਤੁਸੀਂ ਡਿਜ਼ਾਇਰ ਕਰਦੇ ਹੋ, ਆਪਣੀ ਖੁਆਇਸ਼ ਹੈ, ਸਭ ਦੀ ਖੁਆਇਸ਼ ਹੈ, ਉਹ ਇੱਕ ਦਿਨ ਮੇਰਾ ਵੀ ਬੜਾ ਘਰ ਹੋ ਜਾ, ਜਿਵੇਂ ਨਾਲ ਬਣਾਇਆ ਇਹਨਾਂ ਨੇ ਘਰ, ਐਡਾ ਵੱਡਾ ਬਣਾਇਆ, ਅਸੀਂ ਜਾਂਦੇ ਹੁੰਦੇ ਹਾਂ ਉਰੇ, ਕਈ ਵਾਰ ਨਿਕਲਦੇ ਹੁੰਦੇ ਉਰੇ, ਮੰਮੀ ਦੇ ਮੈਂ ਜਦ ਅਸੀਂ ਡੈਡੀ ਦੇ ਜਾਂਦੇ ਹੁੰਦੇ, ਕਈ ਵਾਰ ਇੱਧਰੋਂ ਨਿਕਲ ਕੇ ਜਾਂਦਾ, ਮੈਂ ਚਰਚ ਦੇ ਗਿਆ, ਹਨੇਰਾ ਪਿਆ ਹੁੰਦਾ ਉੱਥੇ। ਤੁਸੀਂ ਵੀ ਕਈਆਂ ਨੇ ਦੇਖਿਆ ਹੋਣਾ, ਜਾਂ ਇੱਧਰ ਨੂੰ ਜਾਂਦੇ ਹੋ ਤੁਸੀਂ, ਜਿਵੇਂ ਪਰਮਜੀਤ ਉਹਨੇ ਤੋਂ ਜਾਣੀ ਆਉਂਦੇ ਜਾਂਦੇ ਰਹੇ ਟਰੱਕ ਦੇ ਨਾਲ ਪਿਆ, ਹਨੇਰਾ ਪਿਆ ਹੁੰਦਾ ਉੱਥੇ। ਉਹਦਾ ਮਤਲਬ ਕੀ ਹੈ? ਜੇ ਘਰ 'ਚ ਹਨੇਰਾ, ਕੋਈ ਗੱਲ ਸਹੀ ਨਹੀਂ ਹੈ, ਉੱਥੇ ਖੁਸ਼ੀ ਨਹੀਂ ਹੈ। ਖੁਸ਼ੀ ਵਾਲੇ ਘਰਾਂ 'ਚ ਹਨੇਰੇ ਨਹੀਂ ਹੁੰਦੇ। ਪਰ ਇਹ ਕੀ ਕਹਿੰਦਾ ਤੁਸੀਂ ਖੁਆਇਸ਼ ਤਾਂ ਕਰਦੇ ਹੋ ਪਰ ਤੁਹਾਡੇ ਕੋਲ ਹੈ ਨਹੀਂ। ਜੇ ਹੈ ਨਹੀਂ ਤੁਸੀਂ ਉਹਦੇ ਵਾਸਤੇ ਮਾਰਦੇ ਹੋ, ਮਤਲਬ ਇਹ ਕਹਿੰਦਾ ਇਹ ਨਹੀਂ ਵੀ ਉਹ ਮਾਰਦੇ ਮਤਲਬ ਤੁਸੀਂ ਪੁੱਠੇ ਕੰਮ ਕਰਦੇ ਹੋ। ਆਪਾਂ ਆਪਣਾ ਜਿਹੜਾ ਆਪਾਂ ਆਪਣੀ ਖੁਆਇਸ਼ ਵਾਸਤੇ, ਮੈਂ ਆਹ ਚਾਹੁੰਦਾ, ਆਹ ਕਰਨਾ, ਇਹ ਲੈਣਾ ਜਾਂ ਉਹ ਵੀ ਲੈਣਾ, ਆਪਾਂ ਉੱਥੇ ਤੱਕ ਪਹੁੰਚ ਜਾਂਦੇ ਹਾਂ ਕਿਉਂਕਿ ਆਪਣੀ ਜਿਹੜੀ ਖੁਆਇਸ਼ ਹੈ ਉਹ ਐਸੀ ਗੰਦੀ ਆਦਤ ਹੈ, ਗੰਦੀ ਚੀਜ਼ ਹੈ, ਜੇ ਆਪਾਂ ਉਹਨੂੰ ਕੰਟਰੋਲ ਨਾ ਕਰੀਏ ਨਾ, ਲੋਕ ਬਹੁਤ ਪੁੱਠੇ ਕੰਮ ਕਰਦੇ ਨੇ ਉਹਦੇ ਵਾਸਤੇ, ਉਹਨੂੰ ਪੂਰਾ ਕਰਨ ਨੂੰ। ਆ ਜਿਹੜੇ ਅੱਜ ਕੱਲ ਕੀ ਬਹੁਤ ਦੇਰ ਦੇ ਚੱਲ ਰਹੇ ਨੇ, ਔਰਤਾਂ ਵੀ ਆਪਣੇ ਸਰੀਰ ਤੱਕ ਨੂੰ ਵੇਚ ਦਿੰਦੀਆਂ ਨੇ ਆਪਣੀ ਖੁਆਇਸ਼ ਨੂੰ ਪੂਰਾ ਕਰਨ ਨੂੰ। ਸੱਚਾਈ ਹੈ। ਮਰਦ ਵੀ ਆਪਣੇ ਉਹ
ਮਤਲਬ ਜੇਲ੍ਹ ਜਾਣ ਨੂੰ ਵੀ ਤਿਆਰ ਨੇ। ਉਹ ਕਹਿੰਦੇ ਜੇ ਫੜੇ ਜਾਵਾਂਗੇ ਦੇਖੀ ਜਾਓ, ਪਰ ਹੁਣ ਤਾਂ ਖੁਆਇਸ਼ ਪੂਰੀ ਹੋਵੇ। ਕਈ ਹੈ ਵੀ, ਕਈ ਖੂਨ ਤੱਕ ਵੀ ਕਰ ਦਿੰਦੇ ਨੇ। ਜੇ ਆਪਾਂ ਇਹਨੂੰ ਲਿਟਰਲੀ ਵੀ ਲਈਏ, ਕਈਆਂ ਨੇ ਕੀਤਾ ਹੀ ਨੇ। ਜਾਇਦਾਦ ਪਿੱਛੇ, ਪੈਸੇ ਪਿੱਛੇ, ਹੋਰ ਗੱਲਾਂ ਪਿੱਛੇ। ਆਪਣੇ ਇੰਡੀਆ ਦਾ 24 ਘੰਟੇ ਹੁੰਦੇ ਰਹਿੰਦੇ ਨੇ, ਆਪਣੇ ਨੋਹਾ ਮਾਰੀ ਜਾਂਦੇ ਨੇ, ਹੋਰ ਕਰੀ ਜਾਂਦੇ ਨੇ। ਕੀ ਹੈ, ਦਹੇਜ ਪੂਰਾ ਨਹੀਂ ਲੈ ਕੇ ਆਈ। ਹਜੇ ਕੁਛ ਦਿਨਾਂ ਦੀ ਗੱਲ ਹੈ, YouTube ਤੇ ਮੰਮੀ ਦੇਖਦੇ ਸੀ, ਦੋ ਡਾਕਟਰ ਦੇ ਡਾਕਟਰ ਨਹੀਂ ਸੀਗੇ। ਹੋਣੀ ਘਰ 'ਚ ਤਕਲੀਫ, ਵਾਈਫ ਵੀ ਡਾਕਟਰ ਆ, ਹਸਬੈਂਡ ਵੀ ਡਾਕਟਰ ਆ। ਇਹ ਪਤਾ ਚੱਲਿਆ ਵਾਈਫ ਮਰ ਗਈ। ਓਕੇ ਚਲੋ, ਡਿਵੋਰਸ ਚੰਗਾ ਨਹੀਂ ਹੈ। ਉਹ ਇਹ ਕਿਉਂ ਮਰ ਗਈ? ਇਹ ਥੋੜੀ ਵੀ ਉਹਨੂੰ ਹਾਰਟ ਅਟੈਕ ਹੋ ਗਿਆ, ਹਸਬੈਂਡ ਨੇ ਮਾਰਤੀ, ਵੀ ਜ਼ਹਿਰ ਦੇਤੀ ਉਹਨੇ ਉਹਨੂੰ। ਚਲੋ ਡਿਵੋਰਸ ਚੰਗਾ ਨਹੀਂ ਹੈ, ਪਰ ਮੌਤ ਇਹ ਪਾਪ ਤੋਂ ਤਾਂ ਚੰਗਾ। ਇਹ ਥੋੜੀ ਵੀ ਮੈਂ ਗੁੱਸੇ ਵਿੱਚ ਆ ਕੇ ਮੈਂ ਇੰਨਾ ਗੁੱਸਾ ਤੇਰੇ ਨਾਲ ਰਹਿ ਨਹੀਂ ਸਕਦਾ, ਹੁਣ ਮੈਂ ਮਾਰ ਹੀ ਦੇਣਾ ਤੈਨੂੰ। ਓਕੇ ਪਰੇ ਹੋ ਜਾਓ, ਡਿਵੋਰਸ ਕਰ ਲਓ, ਸੈਪਰੇਟ ਹੋ ਜਾਓ। ਜੇ ਨਹੀਂ ਹੈ, ਡਿਵੋਰਸ ਕਰਨਾ ਚੰਗਾ ਹੈ ਮੌਤ ਮਾਰਨ ਨਾਲੋਂ। ਉਹ ਤਾਂ ਸਿੱਧਾ ਹੀ ਮਰਡਰ ਹੋ ਗਿਆ। ਬਾਈਬਲ ਤਾਂ ਸਿੱਧਾ ਹੀ ਕਹਿੰਦੀ ਆ ਉਹ ਤਾਂ ਮਾਫ ਨਹੀਂ ਹੋਣਾ। ਇਨੋਸੈਂਟ ਖੂਨ ਹੈ ਜਿਹੜਾ, ਉਹ ਮਾਫ ਨਹੀਂ ਹੋਣਾ। ਸਿਰਫ ਜੀਸਸ ਹੀ ਮਾਫ ਕਰ ਸਕਦਾ ਹੈ ਜੇ ਉਹ ਦਇਆ ਕਰੇ। ਪਾਲੂਸ ਨੇ ਬਹੁਤ ਵੱਡੇ ਨੇ, ਜੀਸਸ ਨੇ ਉਹਨੂੰ ਮਾਫ ਕਰਤਾ। ਪਰ ਫਿਰ ਵੀ ਕੀ ਹੈ, ਮਤਲਬ ਪੁਆਇੰਟ ਕੀ ਹੈ? ਖੁਆਇਸ਼ ਪਿੱਛੇ ਲੋਕ ਬਹੁਤ ਗੱਲਾਂ ਕਰਦੇ ਨੇ, ਬਹੁਤ ਗੱਲਾਂ ਕਰਦੇ ਨੇ ਪਾਣ ਨੂੰ। ਇਹ ਜਿਹੜੀ ਖੁਆਇਸ਼ ਹੈ, ਇਹ ਆਪਾਂ ਨੂੰ ਕੰਟਰੋਲ ਕਰਨੀ ਪੈਣੀ ਆ। ਤੇ ਕੰਟਰੋਲ ਕਿਸ ਤਰ੍ਹਾਂ ਹੋਊਗੀ? ਰੂਹ ਦੇ ਨਾਲ। ਪਰ ਜੇ ਕਦਮ ਆਪਾਂ ਸਹੀ ਸਰੀਰ 'ਚ ਚੱਕਾਂਗੇ, ਕੋਸ਼ਿਸ਼ ਕਰਾਂਗੇ, ਰੂਹ ਦੀ ਮਦਦ ਵੀ ਨਾਲ ਹੈ। ਫਿਰ ਗੱਲ ਉੱਥੇ ਲੜਦੀ ਹੈ। ਫਿਰ so it says that the biggest problem we have is the desire in human beings, both men and women. There is no difference. Women do a lot of stupid stuff just for their desire. Men do a lot of stupid things for their desire. They even go down to literally, if we just take the word as literal, so you kill. Well, some people have killed, literally. They have killed, shed innocent blood, just so they can have something they do not have. And that's not good. And that leads to problem. And that's why there is in the, like it starts, the way it starts in the verse 1, that's why there's that quarrel, there's that fight that constantly going within us. And where the root of that fight is, if we are not following the word of God, at least if we're not trying, that's going to be there. That's why the outside, the world outside of the covenant with God, with His promise, that's what there is. There is no peace. There is no love. It's just, it looks, yeah, there's a peace, there's a love. You see these Hollywood movies, they make it look all nice, you know. Every world has their own, where the stories they make look nice fairy tales. But reality is, the truth is, there isn't. There is quarrel, there is fight that is coming from within people. And it can only be controlled by one, and that is the Spirit of God. He says you don't have because instead of asking, we're trying to do whatever we can. Asking who? God. ਆਪਣੇ ਕੋਲ ਹੈ ਨਹੀਂ, ਕਹਿੰਦਾ ਕਿਉਂ ਨਹੀਂ ਹੈ? ਮੰਗਣ ਦੀ ਜਗ੍ਹਾ ਪਰਮੇਸ਼ਵਰ ਤੋਂ ਆਪਾਂ ਖੁਦ ਹੱਥ ਪੈਰ ਮਾਰ ਰਹੇ ਹਾਂ। ਲੋਕ ਖੁਦ ਹੱਥ ਪੈਰ ਮਾਰਦੇ ਨੇ। ਜੇ ਆਪਾਂ ਸੱਚੇ ਮਨ 'ਚ ਖੜੀਏ ਨਾ, ਪਰਮੇਸ਼ਵਰ ਕੋਲ ਆਈਏ, ਉਹ ਪੂਰੀ ਕਰੂਗਾ ਆਪਣੀ ਲੋੜ। ਗਰੰਟੀ ਆ, ਤੁਹਾਡੀ ਲੋੜ ਪੂਰੀ ਹੋਊਗੀ। ਅੱਜ ਨਹੀਂ ਦੀ ਤਾਂ ਕੱਲ ਪੂਰੀ ਹੋ ਜੂਗੀ। ਜਿਹੜਾ ਕੱਲ ਪੂਰੀ ਹੋਊ, ਉਹ ਅੱਜ ਦਾ ਵੀ ਤੁਹਾਡਾ ਪਿੱਛੇ ਆ ਜੂਗਾ ਉਹਦਾ।
ਜੀਸਸ ਕੀ ਕਹਿੰਦਾ, ਜੀਸਸ ਨੇ ਕਿੰਨੇ ਐਗਜ਼ਾਮਪਲ ਦਿੱਤੇ ਨੇ ਆਪਣੇ ਚੇਲਿਆਂ ਨੂੰ ਜਿਹੜੇ ਆਪਣੇ ਕੋਲ ਆਉਂਦੇ ਨੇ। ਕਹਿੰਦਾ ਕਿਉਂ ਫਿਕਰ ਕਰਦੇ ਹੋ ਤੁਸੀਂ? ਫਿਕਰ ਕਿਸ ਗੱਲ ਤੋਂ ਕਰਦੇ ਆ? ਖਾਣ ਤੋਂ, ਪਹਿਨਣ ਤੋਂ, ਹੋਰ ਗੱਲਾਂ ਤੋਂ, ਕਿਉਂਕਿ ਉਹੀ ਆ ਸਰੀਰ ਦਾ, ਉਹੀ ਡਿਜ਼ਾਇਰ ਆ ਆਪਣੀ। ਮੈਂ ਆ ਕਈਆਂ ਦਾ ਹੈਗਾ ਵੀ ਖਾਣ ਨੂੰ ਹੈ, ਆਹ ਖਾਣਾ, ਮੈਂ ਆਹ ਖਾਣਾ ਟਰਾਈ ਕਰਨਾ, ਆਹ ਪਹਿਨਣਾ, ਆਹ ਕਰਨਾ, ਇਹ ਕਰਨਾ, ਆਹ ਰਹਿਣਾ, ਆਹ ਚੱਲਣਾ, ਆਹ ਦੇਖਣਾ। ਕਹਿੰਦਾ ਕਿਉਂ ਫਿਕਰ ਕਰਦੇ ਹੋ ਗੱਲਾਂ ਦਾ? ਕਹਿੰਦਾ ਤੁਹਾਡਾ ਪਿਤਾ ਸਵਰਗ 'ਚ ਹੈ, ਉਹ ਚਿੜੀਆਂ ਨੂੰ ਜਿਹੜੀਆਂ ਉਹਨਾਂ ਨੂੰ ਤੁਹਾਡੇ ਵਾਂਗੂ ਉਹ ਸੰਭਾਲ ਕੇ ਰੱਖਦੀਆਂ, ਉਹਨਾਂ ਨੂੰ ਵੀ ਖਾਣ ਨੂੰ ਦਿੰਦਾ। ਉਹ ਫੁੱਲ ਨੂੰ ਦੇਖੋ ਜਿਹਨੂੰ ਇੰਨੀ ਸੋਹਣੀ ਖੂਬਸੂਰਤ ਦਿੱਤੀ ਆ, ਤੁਹਾਨੂੰ ਵੀ ਕਿਉਂ ਨਹੀਂ ਟੇਕ ਕੇਅਰ ਕਰੂ, ਜਿਹਨੇ ਤੁਹਾਨੂੰ ਆਪਣੇ ਰੂਪ 'ਚ ਬਣਾਇਆ। ਜੀਸਸ ਆਪਾਂ ਨੂੰ ਇਹ ਕਹਿੰਦਾ ਫਿਕਰ ਕਰਨ ਦੀ ਲੋੜ ਨਹੀਂ। ਉਹਦੇ ਕਰਕੇ ਜੇ ਆਪਾਂ ਉਹ ਨਾ ਕਰੀਏ, ਆਹ ਗੱਲ ਆਪਣੇ ਵਿੱਚੋਂ ਨਿਕਲੂ ਨਹੀਂ। तीसरी वर्स, when you ask you do not receive because you ask with wrong motives, that you may spend what you get on your pleasure. And that's another thing too. A lot of times people say, or we prayed and it didn't get answered. Well, what was the prayer for? Okay, let's say, I'm on the new promotion, because with that I can make more money, I can pay more bills, take care of family. But what really is the root? It comes down to is for our pleasure. So it's the wrong motive in the eyes of God. Whatever we do, if the motive is not right, it's not going to go well with God. ਕਹਿੰਦਾ ਆਪਣਾ ਜਦ ਤੱਕ ਆਪਣਾ ਸੋਚ ਹੈ ਜਿਹੜੀ ਉਹ ਰਲਦੀ ਨਹੀਂ ਪਰਮੇਸ਼ਵਰ ਦੀ ਗੱਲਾਂ ਦੇ ਨਾਲ, ਗੱਲ ਸਹੀ ਨਹੀਂ ਰਹਿਣੀ। ਤਾਂ ਹੀ ਆਪਣੀ ਪ੍ਰਾਰਥਨਾ ਉਹਦੇ ਜਵਾਬ ਆਉਂਦੇ ਨਹੀਂ। ਮੈਨੂੰ ਪਤਾ ਹੁਣ ਮੈਂ ਵੀ ਕੀ ਕਰਨਾ, ਸਭ ਦਾ ਆਪਣਾ ਆਪਣਾ। ਹਾਂ, ਮੈਂ ਵੀ ਕੰਮ ਕਰਨਾ, ਆਪਣੇ ਖਾਣਾ ਪੀਣਾ ਤਾਂ ਮੈਂ ਵੀ ਆ। ਇਹ ਥੋੜੀ ਵੀ ਨੰਗਾ ਹੀ ਨੱਠੂਗਾ, ਨੰਗਾ ਹੀ ਖੜੂਗਾ, ਤੁਹਾਡੇ ਮੂਹਰੇ ਭੁੱਖਾ ਹੀ ਆ ਕੇ ਖੜੂਗਾ, ਔਰ ਢਿੱਡ ਵੀ ਗੁੜ ਗੁੜ ਕਰੇ। ਟੇਕ ਕੇਅਰ ਕਰਨੀ ਆਪਣੀ ਵੀ ਮੈਂ। ਪਰ ਫੋਕਸ ਕੀ ਹੈ ਹੋਣਾ ਚਾਹੀਦਾ? ਫੋਕਸ ਇਹ ਹੋਣਾ ਚਾਹੀਦਾ, ਐਟਲੀਸਟ ਮੇਰਾ ਫੋਕਸ ਕੀ ਹੈ? ਪਰਮੇਸ਼ਵਰ ਦਾ ਕੰਮ ਕਰਾਂ, ਚਾਹੇ ਥੋੜਾ ਚਾਹੇ ਵੱਧ, ਜਿੰਨਾ ਵੀ ਹੈ ਹੋਵੇ। ਇਹ ਨਹੀਂ ਵੀ ਕਰਾਂ, ਹੋਵੇ, ਕਰਨਾ ਪੈਣਾ ਮੈਨੂੰ। ਉਹ ਪਰ ਜ਼ਿੰਮੇਵਾਰੀ ਆਪਣੀ ਸਾਰਿਆਂ ਤੇ ਵੀ ਆਉਂਦੀ ਆ। ਜੇ ਆਪਾਂ ਪਰਮੇਸ਼ਵਰ ਦੇ ਨਾਲ ਰਲਣਾ ਹੈ, ਪਰਮੇਸ਼ਵਰ ਦੇ ਨਾਲ ਇੱਕ ਹੋਣਾ ਪੈਣਾ। ਆਪਣੀ ਸੋਚ ਵੀ, ਆਪਣੀ ਚੱਲਣ ਵੀ, ਆਪਣਾ ਰਹਿਣਾ ਵੀ, ਤਾਂ ਹੀ ਆਪਣੀ ਰੂਹ ਵੀ ਨਾਲ ਰਲੂਗੀ। ਕਿਉਂਕਿ ਜੇ ਪਰਮੇਸ਼ਵਰ ਰਲੂਗਾ, ਆਪਣੀ ਰੂਹ ਵੀ ਰਲੂਗਾ। ਕਦਮ ਫਿਜ਼ੀਕਲੀ ਚੱਲਣਗੇ ਤਾਂ ਸਪਿਰਿਚੁਅਲੀ ਗਾਹਾਂ ਰਲਣਗੇ। ਪਰ ਜੇ ਆਪਣੀ ਖੁਆਇਸ਼ ਹੈ, ਆਪਣੀ ਆਪਣੇ ਆਨੰਦ ਨੂੰ ਆਪਾਂ ਗੱਲਾਂ ਸੋਚਦੇ ਹਾਂ ਵੀ ਮੇਰਾ ਹੀ ਵਾਧਾ ਹੋਵੇ, ਮੈਂ ਚਾਹੇ ਆਪਾਂ ਫੈਮਿਲੀ ਕਹਿੰਦੇ ਆ, ਪਰ ਫਿਰ ਵੀ ਫੈਮਿਲੀ ਕਿਹਦੀ ਆ? ਜੇ ਫੈਮਿਲੀ ਚਾਹੂਗਾ, ਚਲੋ ਵੀ ਮੈਂ ਫੈਮਿਲੀ ਵਾਸਤੇ ਚਾਹਨਾ ਮੇਰੇ ਲਾਟਰੀ ਲੱਜ ਹੋਏ, ਆਣਾ ਤਾਂ ਤੁਹਾਡੇ ਘਰ ਆ, ਤੁਸੀਂ ਫੈਮਿਲੀ ਉਹਦੇ ਨਾ। ਇਹ ਨਹੀਂ ਕਹਿੰਦਾ ਮੈਂ ਤੁਹਾਡੇ ਵੀ ਇਹ ਸੋਚਣੀ ਰੋਂਗ ਹੈ ਵੀ ਵਾਧਾ ਕਰਨਾ ਰੋਂਗ ਹੈ ਫੈਮਿਲੀ ਦਾ ਜਾਂ ਘਰ ਦਾ ਜਾਂ ਆਪਣਾ ਖੁਦ ਦਾ, ਇਹ ਨਹੀਂ ਮੈਂ ਕਹਿ ਰਿਹਾ। ਪਰ ਇਹ ਸੋਚ ਹੋਵੇ ਵੀ ਉਹ ਵਾਧੇ ਦਾ ਉਹਦੇ ਨਾਲ ਕੀ ਹੋਵੇ। ਜੇ ਵਾਧਾ ਸਾਡਾ ਹੈ, ਸਾਡੇ ਤੋਂ ਪਹਿਲਾਂ ਕਿਹਦਾ ਵਾਧਾ ਹੋਵੇ? ਦੇਣ ਵਾਲੇ ਦਾ। ਕਿਉਂਕਿ ਜੇ ਉਹਦਾ ਵਾਧਾ ਹੋਊਗਾ ਤਾਂ ਹੀ ਆਪਾਂ ਨੂੰ ਫਾਇਦਾ ਮਿਲੂ, ਤਾਂ ਹੀ ਆਪਾਂ ਨੂੰ ਫਾਇਦਾ ਮਿਲੂ। In verse 4, you adulterous people, don't you know that friendship with the world means enmity against God? ਕਹਿੰਦਾ ਕੀ ਹੈ? ਜੇ ਆਪਾਂ ਦੁਨੀਆ ਨਾਲ ਰਲਾਂਗੇ, ਦੁਨੀਆ ਨੂੰ ਆਪਾਂ ਖੁਸ਼ ਕਰਨ ਨੂੰ ਸੋਚਾਂਗੇ, ਚੱਲਾਂਗੇ, ਰਹਾਂਗੇ,
ਕੀ ਆ? ਕਹਿੰਦਾ ਆਪਾਂ ਪਰਮੇਸ਼ਰ ਤੋਂ ਪਰੇ ਕਰਦੇ ਆ ਆਪਣੇ ਆਪ ਨੂੰ, ਕਿਉਂਕਿ ਪਰਮੇਸ਼ਰ ਦਾ ਜਿਹੜਾ ਚੱਲਣ ਹੈ, ਪਰਮੇਸ਼ਰ ਜਿਹੜਾ ਰਹਿਣ ਹੈ, ਪਰਮੇਸ਼ਰ ਦਾ ਜਿਹੜਾ ਬੋਲਣ ਹੈ, ਉਹ ਦੁਨੀਆ ਨਾਲ ਰਲਦਾ ਨਹੀਂ, ਦੁਨੀਆ ਦੀ ਗੱਲਾਂ ਤੋਂ ਅਲੱਗ ਹੈ। ਉਹਦੇ ਕਰਕੇ ਆਪਣੀ ਸੋਚ ਹੈ ਜੀ, ਆਪਣੀ ਸੋਚ ਆਪਾਂ ਦੁਨਿਆਵੀ ਸੋਚ ਨਾਲ ਚੱਲਾਂਗੇ, ਆਪਣੀ ਜ਼ਿੰਦਗੀ ਨੂੰ ਰਵਾਂਗੇ, ਆਪਾਂ ਆਟੋਮੈਟਿਕਲੀ ਸੈਪਰੇਟ ਕਰ ਲਿਆ ਆਪਣੇ ਆਪ ਨੂੰ ਪਰਮੇਸ਼ਰ ਤੋਂ। ਤਾਂ ਹੀ ਆਪਣੀ ਪ੍ਰਾਰਥਨਾ ਨਹੀਂ ਆਨਸਰ ਹੁੰਦੀਆਂ। ਹਾਂ, ਇਹ ਨਹੀਂ ਮੈਂ ਕਹਿੰਦਾ ਜਿਵੇਂ ਹੁਣ ਦੂਸਰੇ ਲੋਕਾਂ ਦੇ ਨੇ, ਆਹ ਤੁਹਾਡੇ ਮੂਹਰੀ ਨੇ, ਆਪਾਂ ਵੀ ਉਹ ਨਾਲ ਉਹਨਾਂ ਦੇ ਰਹਿੰਦੇ ਆ, ਆਪਾਂ ਉਰੇ ਚਲੋ ਜਿਵੇਂ ਹੁਣ ਐਗਜ਼ਾਮਪਲ ਹੈ ਮੈਰੀ ਆ, ਹੋਰ ਨੇ, ਆਪਾਂ ਕਰਦੇ ਫਿਰਦੇ ਆ ਪ੍ਰਾਰਥਨਾ ਪਰਮੇਸ਼ਰ ਬੇਟਾ ਦੇ ਬੇਟਾ ਦੇ ਬੇਟਾ ਦੇ। ਉਹਨਾਂ ਦੇ ਆਏ ਨੇ ਜਿਵੇਂ ਉਹ ਚੂਚੇ, ਮੁਰਗੀਆਂ ਚੂਚੇ ਦੇਣ ਲੱਗੀਆਂ ਹੋਈਆਂ, ਗਿਰਦੇ ਨੇ, ਟੋਕਰੀ ਭਰਨ ਲੱਗੀ ਹੋਈ ਆਂਡਿਆਂ ਦੀ, ਜਿਵੇਂ ਨਿਆਣੀ ਸਭ ਨਿਕਲਦੇ ਨੇ, ਸਭ ਮੁੰਡੇ ਨਿਕਲਦੇ ਨੇ, ਹੈ ਵੀ ਤਾਂ ਹੀ ਕੀ ਹੈ, ਉਹ ਕੀ ਹੈ, ਤਾਂ ਹੀ ਉਹ ਛੇਤੀ ਛੇਤੀ ਆਉਂਦੇ ਨੇ। ਸਾਡੇ ਕੋਲ ਸਭ ਕੁਝ ਹੈ, ਅਸੀਂ ਤੁਹਾਡੇ ਜੀਸ ਨੂੰ ਕੀ ਕਰਨਾ? ਪਰ ਬਾਈਬਲ ਕੀ ਦੱਸਦੀ ਆਪਾਂ ਨੂੰ? ਕੱਲਾ ਇਹੀ, ਜੇ ਆਪਾਂ ਇਹਦੇ ਨਾਲ ਜੱਜ ਕਰੀਏ, ਤੋਲੀਏ, ਇਹ ਸਰੀਰ ਚ ਕਹਾਂਗੇ ਉਧਰ ਵਾਧਾ ਬਹੁਤ ਹੈ ਜੀ, ਪਰ ਸਰੀਰ ਦੀ ਗੱਲ ਇਹ ਮੁੱਕੀ। ਜੇ ਸਰੀਰ ਨਾਲ ਚੱਲਾਂਗੇ, ਦੁਨਿਆਵੀ ਦੇ ਗੱਲਾਂ ਨਾਲ ਤੋਲਾਂਗੇ, ਆਪਾਂ ਆਲਰੇਡੀ ਪਰਮੇਸ਼ਰ ਤੋਂ ਦੂਰ ਹੋ ਗਏ, ਪਰੇ ਹੋ ਗਏ, ਅੰਤ ਆ ਜਾਣਾ ਆਪਣਾ, ਗੱਲ ਮੁੱਕ ਜਾਣੀ ਆਪਣੀ। ਉਹਦੇ ਕਰਕੇ ਫਰਕ ਆ ਜਾਣਾ। I said when we're we're living our life we want to be like everybody else. We want to be sort of like example, more likes at the Facebook or more like at the YouTube page. That's just an example I'm using, but we're living for that more like. That's how we live our life too, more like. People will love me, like me because I'm a nice guy or a nice girl or nice whatever, family or whatever. My neighborhood, everybody will be friends with us and all that. But if we are living in that, which a lot of the world is living in that, we're already separated from God, His path. And that's why there is that constant battle that is going within us. The emptiness, that void, separation there. It never comes together because it's parallel, but it's never meeting, It has to change. It has to change. Verse 5, or do you think scriptures say without reason that He jealously longs for spirit He has caused to dwell in us? He said the scripture is saying, He is longing for us. The Bible says that God says, not that He does it literally, He gets it, but Bible says that God is using that as an example, as a metaphor, where I get in my corner and I cry for my children. Where are they going? Where are they at? He says, I gave them everything. I created them in my image, but they're going about doing their own things. And Father in heaven, He says, I cry for them. And it's true. He is jealous for us as well. He's jealous for His children. He wants us to, just like here physically, we want kids or families to come to us rather than go to somebody else. We want that too. God wants the same thing. He created us. He gave us His own Son, His precious blood. But yet we're running after our own desires, our own
It's not even need. It's not even necessity, because Bible says He's taking care of that part. If we follow Him, He's taking care of that part. But we're still desire for, oh, I want this, I want that, I want this. But we're not content with what we really have, which is the most valuable, the relationship. ਕੀ ਕਹਿੰਦਾ ਜੀ? ਆਪਣੇ ਵਾਸਤੇ ਆਪਣਾ ਪਰਮੇਸ਼ਰ, ਆਪਣਾ ਪਿਤਾ, ਸਵਰਗੀ ਪਿਤਾ ਕੀ ਆ, ਉਹ ਆਪਣੇ ਵਾਸਤੇ ਉਹ ਵੀ ਜੈਲਸ ਆ। ਕਹਿੰਦਾ ਤੁਸੀਂ ਮੇਰੇ ਬੇਟੇ ਬੇਟੀਆਂ ਹੋ, ਮੇਰੇ ਬੱਚੇ ਹੋ, ਪਰ ਮੇਰੇ ਨਾਲ ਰਲਦੇ ਨਹੀਂ। ਆਪਾਂ ਉਹਦੇ ਨਾਲ ਰਲਦੇ ਨਹੀਂ ਬਹੁਤ ਗੱਲਾਂ 'ਚ, ਮੰਨ ਲੈਂਦੇ ਆ, ਆਪਾਂ ਬੈਠੇ ਆ ਜਿਹੜੇ ਮੰਨਣ ਵਾਲੇ ਆ। ਔਰ ਤੁਸੀਂ ਇਹ ਤਾਂ ਨਹੀਂ ਕੋਈ ਮੈਂ ਜਾਣਾ ਸੀ ਗੁਰਦੁਆਰੇ ਨੂੰ, ਗੱਡੀ ਆ ਕੇ ਉਰੇ ਖੜ ਗਈ, ਉਹਦੇ ਆ ਕੇ ਗੱਡੀ ਨਹੀਂ, ਕਿਉਂਕਿ ਤੁਸੀਂ ਮੰਨਦੇ ਹੋ ਯਿਸੂ ਮਸੀਹ ਨੂੰ, ਮੰਨਦੇ ਹੋ ਜੀਸਸ ਨੂੰ ਆਪਣਾ ਤੁਹਾਡਾ ਸੇਵੀਅਰ ਆ, ਪਰਮੇਸ਼ਵਰ ਹੈ ਤੁਹਾਡਾ। ਪਰ ਉਹਦੇ ਬਾਵਜੂਦ ਵੀ ਆਪਾਂ ਫੇਰ ਵੀ ਆਪਣੇ ਖੁਆਇਸ਼ਾਂ 'ਚ ਲੱਗੇ ਹੋਏ ਹਾਂ, ਬਹੁਤ ਗੱਲਾਂ 'ਚ। ਕਈ ਆਪਾਂ ਕਬੂਲ ਲੈਂਦੇ ਆ, ਬਹੁਤ ਆਪਾਂ ਕਬੂਲਦੇ ਨਹੀਂ, ਕਿਉਂਕਿ ਜੇ ਕਬੂਲਾਂਗੇ ਫਿਰ ਮੈਂ ਗਿਲਟੀ ਆ। ਉਹ ਔਖਾ ਆਪਣੇ ਵਾਸਤੇ ਅਪਣਾਉਣਾ ਗਿਲਟ ਨੂੰ, ਜਿੱਥੇ ਆਪਣੀ ਗਲਤੀ ਆਪਾਂ ਕੀਤੀ ਹੈ, ਗਲਤੀ ਅਪਣਾਉਣੀ ਔਖੀ ਆਪਣੇ ਵਾਸਤੇ। ਪਰ ਜੀਸਸ ਕੀ ਹੈ, ਪਿਤਾ ਆਪਣਾ ਜਿਹੜਾ, ਉਹ ਵੀ ਕਹਿੰਦਾ ਮੈਂ ਚਾਹੁੰਦਾ ਜਦ ਤੁਸੀਂ ਹੁੰਦੇ ਨਹੀਂ, ਕਹਿੰਦਾ ਮੈਨੂੰ ਵੀ ਗੁੱਸਾ ਚੜ੍ਹਦਾ, ਜੈਲਸੀ 'ਚ ਗੁੱਸਾ ਚੜ੍ਹਦਾ ਵੀ ਦੇਖ ਕਿੱਥੇ ਨੱਠੀ ਫਿਰਦੀ ਮੇਰੀ ਔਲਾਦ। ਜਿਵੇਂ ਆਪਾਂ ਕਹਿੰਦੇ ਮਤਲਬ ਡੈਡੀ ਕਹਿੰਦੇ, ਮੰਮੀ ਕਹਿੰਦੇ ਚੰਡ ਕੇ ਮਾਰੂ ਮੈਂ ਤੈਨੂੰ, ਉਵੇਂ ਵੀ ਪਰਮੇਸ਼ਰ ਕਹਿੰਦਾ ਕਿੱਥੇ ਨੱਠੇ ਫਿਰਦੇ, ਮੈਂ ਚੰਡ ਕੇ ਮਾਰਨਾ, ਖਿੱਚ ਕੇ ਜਾਂਦਾ। ਨੱਠ ਕੇ ਨਹੀਂ ਜਾਣਾ, ਫਿਰ ਨਹੀਂ ਜਾਣਾ, ਪਰ ਫਿਰ ਨੱਠਦੇ ਆਪਾਂ ਦਰਦ, ਉਹਨੂੰ ਦਰਦ ਹੁੰਦਾ, ਪਰਮੇਸ਼ਰ ਨੂੰ ਦਰਦ ਹੁੰਦਾ ਆਪਣੇ ਵਾਸਤੇ। ਕਿੰਨੀ ਵੱਡੀ ਗੱਲ ਹੈ। ਕਹਿੰਦਾ but he gives us more grace. That's why the scripture says God opposed the proud but showed favor to the humble. ਉਹ ਆਪਾਂ ਨੂੰ ਕਹਿੰਦਾ ਫੇਰ ਵੀ ਦਇਆ ਸ਼ੋ ਕਰਦਾ। ਕਹਿੰਦਾ ਤਾਂ ਹੀ ਕੀ ਕਹਿੰਦਾ ਘਮੰਡੀ ਨੇ ਜਿਹੜੇ, ਉਹਨੂੰ ਪਸੰਦ ਨਹੀਂ ਹੈ ਜਦ ਤੱਕ ਨਰਮਾਈ ਨਹੀਂ ਆਉਂਦੀ। ਘਮੰਡੀ ਨੇ ਗਿਰਨਾ ਹੀ ਗਿਰਨਾ ਪਰਮੇਸ਼ਰ ਮੂਹਰੇ, ਕਿਉਂਕਿ ਘਮੰਡ ਤੇ ਪਰਮੇਸ਼ਰ ਦਾ ਰਾਲ ਨਹੀਂ ਹੈ, ਉਹਨੇ ਰਲਣਾ ਨਹੀਂ। ਤੇ ਘਮੰਡ ਕਰ ਕੀ ਹੈ, ਆਪਾਂ ਆਪਣਾ ਜਿਹੜਾ ਖੁਆਇਸ਼ ਨੇ, ਆਪਣੀ ਜ਼ਿੰਦਗੀ ਹੈ, ਆਪਣਾ ਰਹਿਣਾ ਚੈਨ ਹੈ, ਉਹ ਸਭ ਉਹਦੇ ਤੋਂ ਹੀ ਆ, ਉਹ ਵੀ ਉਹਦਾ ਹਿੱਸਾ, ਕਿਉਂਕਿ ਮੈਂ ਚਾਹਨਾ ਕਰਨਾ। ਉਹ ਕਰਕੇ ਕੀ ਹੁੰਦਾ, ਆਪਾਂ ਨੂੰ ਇਹ ਹੁੰਦਾ ਮੈਂ ਕੀਤਾ ਵਾ, ਮੈਂ ਦੇਖ ਲੈ ਕੀ ਬਣ ਗਿਆ, ਮੈਂ ਦੇਖ ਲੈ ਕੀ ਬਣਾਤਾ। ਇਹ ਆਪਣਾ ਘਮੰਡ ਹੈ ਅੰਦਰੋਂ, ਚਾਹੇ ਆਪਾਂ ਕਹੀਏ ਨਹੀਂ ਘਮੰਡ ਨਹੀਂ ਮੈਂ, ਪਰ ਹੈਗਾ ਉਹ ਜਿਹੜੀ ਵਿੱਚ ਕੀ ਹੈ। ਕਿਉਂਕਿ ਵਿੱਚ ਜੇ ਆਪਾਂ ਪਰਮੇਸ਼ਰ ਨਹੀਂ ਬੈਠਾ ਆਪਣੇ, ਉਹਦਾ ਆਪੋਜ਼ਿਟ ਬੈਠਾ, ਉਸ 'ਚ ਸਭ ਕੁਝ ਹੈ, ਉਸ 'ਚ ਸਭ ਕੁਝ ਹੈ। Submit yourself then to God. Resist the devil and he will flee from you. और ये कहता है क्योंकि कहना जे परमेश्वर ਨੂੰ ਆਪਾਂ ਫੜਾਂਗੇ ਨਹੀਂ, ਸ਼ੈਤਾਨ ਨੇ ਨੱਠਣਾ ਨਹੀਂ। ਸ਼ੈਤਾਨ ਨੂੰ ਆਪਾਂ ਰੈਜ਼ਿਸਟ ਕਰੀਏ, ਆਪਾਂ ਉਹਨੂੰ ਛੱਡੀਏ, ਆਪਾਂ ਕਹੀਏ ਨਹੀਂ। It's our job. We're the one who have to resist the temptation the devil, brings in our lives. It's a good example here is Joseph, when he was working for I forgot the name of the Egyptian. There you go. Yeah. Well, his wife was trying to persuade him. Oh, you young, nice-looking guy. Come on, What the Bible says, she grabbed him by his pants or whatever he was wearing, clothes, and he ran naked. She got left with holding that cloth. He didn't care. He was going to be naked. He ran away from the temptation. And we got to do that too. It's us. We have to flee. We can't say, well,
this is my space, devil, leave, or temptation, leave. No, it's us. We have to leave. Whether it's in our lives, as in our hobby, our work, our pleasure, whatever it is, we're the one who's going to have to change. We have to change that. ਕੀ ਹੈ ਜੀ, ਕਹਿੰਦਾ ਆਪਾਂ ਨੂੰ ਇਹ ਕਦਮ ਆਪਾਂ ਨੂੰ ਚੱਕਣਾ ਪੈਣਾ। ਹਾਂ, ਪਰਮੇਸ਼ਰ ਹੈਗਾ ਆਪਾਂ ਨੂੰ ਤਾਕਤਵਰ ਹੈ, ਮਦਦਗਾਰ ਆਪਣਾ। ਬਾਈਬਲ ਜੀਸਸ ਕੀ ਕਹਿੰਦਾ ਮੈਂ ਜਾਣਦਾ ਤੁਹਾਨੂੰ ਮਦਦਗਾਰ ਭੇਜਦਾ। ਉਹਨੇ ਇਹ ਥੋੜੀ ਲਿਖਿਆ ਉਹ ਤੁਹਾਨੂੰ ਮੈਂ ਭੇਜਦਾ ਡੇ ਕੇਅਰ ਵਾਲਾ ਜਿਹੜਾ ਗੋਦੀ ਚੱਕੂਗਾ, ਚੱਕ ਕੇ ਰੱਖੂਗਾ, ਤੁਹਾਨੂੰ ਦੁੱਧ ਪਿਲਾਊਗਾ, ਤੁਹਾਡਾ ਨੱਕ ਪੈਰ ਹੱਥ ਸਭ ਕੁਝ ਪੂੰਝੂਗਾ, ਟੇਕ ਕੇਅਰ ਕਰੂਗਾ ਹਰ ਇੱਕ ਟਾਈਮ, ਜਿਵੇਂ ਮਾਂ ਬੱਚੇ ਦੀ ਕਰਦੀ ਹੈ। ਉਹ ਮਦਦਗਾਰ ਦੇ ਨੇ ਕਿਹਾ ਉਹਨੇ। ਜੇ ਉਹ ਮਦਦਗਾਰ ਹੁੰਦਾ ਗੱਲ ਮੁੱਕ ਗਈ ਸੀ ਫਿਰ। ਆ ਬਾਕੀ ਬਾਈਬਲ ਹੋਰ ਲੋਡ ਨਹੀਂ ਸੀ, ਕਿਉਂਕਿ ਆਪਣਾ ਲੋਡ ਹੋ ਗਿਆ ਸੀ। ਨਹੀਂ, ਆਪਾਂ ਨੂੰ ਕਦਮ ਚੱਕਣੇ ਪੈਣੇ ਨੇ। ਕੀ ਕਹਿੰਦਾ ਆਪਾਂ ਸਬਮਿਟ ਕਰੀਏ ਆਪਣੇ ਆਪ ਨੂੰ, ਆਪਾਂ ਦਈਏ ਪਰਮੇਸ਼ਵਰ ਦੇ ਹੱਥਾਂ 'ਚ, ਤੇ ਸ਼ੈਤਾਨ ਤੋਂ ਨੱਠੀਏ, ਉਹਦੀ ਗੱਲਾਂ ਤੋਂ ਨੱਠੀਏ, ਉਹਦੀ ਸੋਚ ਤੋਂ ਨੱਠੀਏ, ਉਹ ਆਈਡੀਆ ਤੋਂ ਨੱਠੀਏ ਜਿਹੜੇ ਆਪਾਂ ਨੂੰ ਪਰਮੇਸ਼ਵਰ ਤੋਂ ਦੂਰ ਕਰਦੇ ਨੇ। ਉਹ ਗੱਲਾਂ, ਉਹ ਸੋਚਾਂ ਨੇ ਜਿਹੜੀਆਂ, ਗੱਲਾਂ ਇਹ ਨਹੀਂ ਕਹਿ ਸਕਦੇ ਉਹ ਸ਼ੈਤਾਨ ਦੀ ਸੋਚ ਹੈ। ਆਪਾਂ ਇਹ ਨਹੀਂ ਕਹਿ ਸਕਦੇ ਗੱਲਾਂ ਵੀ ਯਾਰ ਉਹ ਬੁਰੀ ਗੱਲ ਹੈ ਕਿਉਂਕਿ ਉਹ ਸ਼ੈਤਾਨੀ ਗੱਲ ਹੈ। ਕਿਉਂਕਿ ਇਹ ਜਿਹੜੇ ਸ਼ੈਤਾਨੀ ਹੈ ਸੋਚਦੇ ਆਪਾਂ ਭੂਤ ਪ੍ਰੇਤ ਸ਼ੈਤਾਨੀ ਗੱਲਾਂ ਸੋਚਦੇ ਹਾਂ। ਨਹੀਂ, ਜੇ ਆਪਣੀ ਹਾਂ ਦੀ ਹਾਂ ਨਹੀਂ ਹੈ, ਨਾ ਦੀ ਨਾ ਨਹੀਂ ਹੈ, ਉੱਥੇ ਸ਼ੈਤਾਨ ਖੜ ਗਿਆ। ਉੱਥੇ ਸ਼ੈਤਾਨ ਤੁਹਾਨੂੰ ਟੈਂਪਟੇਸ਼ਨ 'ਚ ਪਾ ਕੇ ਜਿੱਤ ਗਿਆ, ਪਰਮੇਸ਼ਰ ਤੋਂ ਦੂਰ ਕਰ ਗਿਆ, ਕਿਉਂਕਿ ਗਿਰ ਗਏ ਤੁਸੀਂ ਉੱਥੇ। ਜੇ ਆਪਾਂ ਆਪਣੀ ਜਿਹੜੀ ਚੱਲਣ ਰਹਿਣ ਹੈ ਪਰਮੇਸ਼ਰ ਦੀ ਸੱਚਾਈ 'ਚ ਨਹੀਂ ਹੈ, ਉਹਦੇ ਚਾਨਣ 'ਚ ਨਹੀਂ ਹੈ, ਅਜੇ ਜੀ ਕੋਸ਼ਿਸ਼ ਨਹੀਂ ਕਰ ਰਹੇ ਆਪਾਂ, ਸ਼ੈਤਾਨ ਜਿੱਤ ਗਿਆ ਉੱਥੇ। ਹਰ ਇੱਕ ਗੱਲ 'ਚ, ਛੋਟੀ ਛੋਟੀ ਗੱਲ 'ਚ ਵੀ ਆਪਾਂ ਨੂੰ ਜਿੱਤਣਾ ਪੈਣਾ ਤਾਂ ਕਿ ਬੜੀ ਗੱਲ ਹੋ ਸਕੇ। ਮੈਂ ਐਗਜ਼ਾਮਪਲ ਦਿੱਤਾ ਸੀ, ਜੋਸਫ ਸੀਗਾ, ਜਦ ਉਹ ਆਪਣੇ ਭਰਾਵਾਂ ਨੇ ਉਹਨੂੰ ਵੇਚਤਾ, ਈਜਿਪਟ ਪਹੁੰਚ ਗਿਆ। ਈਜਿਪਟ ਜਾ ਕੇ ਉਹ ਫੈਰੋ ਦਾ ਜਿਹੜਾ ਜਨਰਲ ਸੀ ਉਹਦੇ ਕੋਲ ਉਹ ਕੰਮ ਕਰਨ ਲੱਗ ਗਿਆ। ਉਹਦੀ ਵਾਈਫ ਨੇ ਕੀ ਜੋਸਫ ਤੇ ਆਪਣਾ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਸੋਹਣਾ ਸੀ ਮੁੰਡਾ, ਯੰਗ ਸੀ ਮੁੰਡਾ ਸੀਗਾ। ਬਾਈਬਲ ਵੀ ਕਹਿੰਦੀ ਆ ਪਰਮੇਸ਼ਰ ਦਾ ਨੂਰ ਸੀ ਉਹਦੇ ਤੇ। ਉਹਨੇ ਉਹਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਹੈ। ਕੀ ਕਹਿੰਦਾ ਉਹਨੇ, ਕਹਿੰਦੀ ਮੇਰਾ ਹਸਬੈਂਡ ਹੈ ਨਹੀਂ, ਆ ਜਾ ਤੂੰ। ਪਰ ਬਾਈਬਲ 'ਚ ਕੀ ਲਿਖਿਆ, ਉਹਨੇ ਉਹਨੂੰ ਪੈਂਟ ਤੋਂ ਜਿਹੜਾ ਫੜਿਆ, ਉਹਦੇ ਲੰਗੋਟੇ ਦਾ ਜੋ ਵੀ ਹੈ, ਲੁੰਗੀ ਲਾਂਗੀ ਜੋ ਵੀ ਪਾਈ ਹੋਣੀ ਹੈ, ਉਹੀ ਉਹਦੇ ਹੱਥ 'ਚ ਰਹਿ ਗਈ, ਕਿਉਂਕਿ ਜੋਸਫ ਨੱਠ ਗਿਆ। ਇੰਗਲਿਸ਼ 'ਚ ਉੱਥੇ ਕੀ ਲਿਖਿਆ, ਜੋਸਫ ਨੇ ਆਪਣੇ ਆਪ ਨੂੰ ਫਲੀ ਕੀਤਾ, ਆਪਣੇ ਆਪ ਨਿਠਾਇਆ ਟੈਂਪਟੇਸ਼ਨ ਤੋਂ। ਹਾਂ, ਬਹੁਤ ਲੋਕ ਸੀਗੇ ਕਹਿ ਸਕਦੇ ਹੈ ਤਾਂ ਹੈ ਨਹੀਂ, ਆਨੰਦ ਕਰੋ ਜੀ ਜ਼ਿੰਦਗੀ ਦਾ। ਨਹੀਂ, ਜੋਸਫ ਖੁਦ ਨੱਠਿਆ। ਉਹੀ ਆਪਾਂ ਨੂੰ ਉਰੇ ਬਾਈਬਲ ਕੀ ਕਹਿੰਦੀ, ਆਪਾਂ ਨੂੰ ਕਰਨਾ ਪੈਣਾ ਆਪਣੀ ਜ਼ਿੰਦਗੀ 'ਚ, ਆਪਣੇ ਕਦਮਾਂ 'ਚ, ਆਪਣੇ ਗੱਲਾਂ 'ਚ, ਜਿਹੜੀ ਪਰਮੇਸ਼ਵਰ ਦੇ ਗੱਲਾਂ ਦੇ ਨਾਲ ਨਹੀਂ ਰਲਦੀ। ਆਪਾਂ ਨੂੰ ਨਿਕਲਣਾ ਪੈਣਾ, ਆਪਾਂ ਨੂੰ ਨੱਠਣਾ ਪੈਣਾ, ਆਪਾਂ ਨੂੰ ਆਪਣੇ ਆਪ ਨੂੰ ਬਚਾਉਣਾ ਪੈਣਾ ਉਹ ਗੱਲ ਤੋਂ। ਕਿਉਂਕਿ ਜੋ ਕਦਮ ਆਪਾਂ ਗਲਤ ਚੱਕਦੇ ਹਾਂ ਉੱਥੇ ਆਪਾਂ ਆਪਣੇ ਆਪ ਨੂੰ ਪਰਮੇਸ਼ਰ ਤੋਂ ਦੂਰ ਕਰਦੇ ਹਾਂ, ਉਹਦੀ ਗੱਲਾਂ ਤੋਂ ਆਪਾਂ ਦੂਰ ਕਰਦੇ ਹਾਂ, ਉਹਦੀ ਬਰਕਤਾਂ ਤੋਂ ਆਪਾਂ ਆਪਣੇ ਆਪ ਨੂੰ ਦੂਰ ਕਰਦੇ ਹਾਂ। Verse 8, come near to God and He will come near to you. ਕਿੰਨੀ ਚੰਗੀ ਗੱਲ ਹੈ। How simple is that? If we go near to Him, if we seek Him, Bible says we find Him. If we go near to Him, He will come near to us. In other words, we have to go toward our Father in order to be with Him. We have to take that. We have to spend that time, that energy
Otherwise, it's not going to happen just because I said, oh, I believe in God. But we're not building the relationship to put in the effort. It's not going to happen. ਜੇ ਆਪਾਂ ਪਰਮੇਸ਼ਵਰ ਨਾਲ ਨਹੀਂ ਉਹਦੇ ਵੱਲ ਜਾਵਾਂਗੇ, ਇਹ ਨਹੀਂ ਹੈ ਵੀ ਬਾਈਬਲ 'ਚ ਕਿਤੇ ਇਹ ਨਹੀਂ ਲਿਖਿਆ ਪਰਮੇਸ਼ਵਰ ਬੈਠਾ ਆਪਣੇ ਘਰ 'ਚ, ਕਿਉਂਕਿ ਬਾਈਬਲ 'ਚ ਲਿਖਿਆ ਵੀ ਉੱਥੇ ਟਾਈਮ ਨਹੀਂ ਹੈ। ਉਹਦੇ ਕਰਕੇ ਜਦ ਉੱਥੇ ਟਾਈਮ ਨਹੀਂ ਹੈ ਸਵਰਗ 'ਚ, ਪਰਮੇਸ਼ਵਰ ਬੈਠਾ ਬੈਠਾ ਬੋਰ ਹੋ ਗਿਆ, ਓ ਯਾਰ ਚੱਲ ਮੈਂ ਉੱਧਰ ਚੱਲਦਾ ਨੱਠ ਕੇ ਉਹਦੇ ਕੋਲ ਜਾਣਾ, ਜਾਂ ਉਹਦੇ ਕੋਲ ਨਾ ਉਹਦੇ ਕੋਲ ਜਾਣਾ, ਕੋਈ ਗੱਲ ਨਹੀਂ ਮੈਂ ਜਾਣਾ ਨਹੀਂ। ਮੇਰੀ ਬਾਈਬਲ 'ਚ ਲਿਖਿਆ ਆਪਾਂ ਨੂੰ ਜਾਣਾ ਪੈਣਾ ਉਹਦੇ ਕੋਲ, ਆਪਾਂ ਨੂੰ ਆਪਣੀ એનર્ਜੀ, ਆਪਣਾ ਟਾਈਮ, ਆਪਣੀ ਜ਼ਿੰਦਗੀ ਦਾ ਸਮਾਂ ਦੇਣਾ ਪੈਣਾ ਉਹਨੂੰ। ਇਹ ਨਹੀਂ ਕਹਿ ਸਕਦੇ ਜਿਵੇਂ ਆਪਣੇ ਇੱਕ ਫੈਮਿਲੀ ਮੈਂਬਰ ਆ, ਹਮੇਸ਼ਾ ਟਾਈਮ ਨਹੀਂ ਹੈ ਜੀ ਮੇਰੇ ਕੋਲ ਬਾਈਬਲ ਪੜ੍ਹਨ ਦਾ, ਕਿਉਂਕਿ ਕੰਮ ਕਰਦੇ ਆ, ਪ੍ਰਾਰਥਨਾ ਕਰਨ ਦਾ ਟਾਈਮ ਨਹੀਂ ਹੈ। ਭਾਲਦੇ ਕੀ ਤੁਸੀਂ? ਕੀ ਭਾਲਦੇ ਹੋ ਫਿਰ ਪਰਮੇਸ਼ਵਰ? ਜੇ ਪਰਮੇਸ਼ਵਰ ਵਾਸਤੇ ਹੀ ਟਾਈਮ ਨਹੀਂ ਹੈ ਆਪਣੇ ਕੋਲ, ਕੀ ਐਕਸਪੈਕਟ ਕਰਾਂਗੇ ਆਪਾਂ ਆਪਣੀ ਜ਼ਿੰਦਗੀ 'ਚ ਵੀ ਜਦ ਆਪਾਂ ਪਰਮੇਸ਼ਵਰ ਨੂੰ ਬੁਲਾਇਆ ਉਸੇ ਟਾਈਮ ਉਹ ਨੱਠਿਆ ਆਊਗਾ? ਨਹੀਂ। ਇੱਕ ਮੈਂ ਪਹਿਲਾਂ ਵੀ ਸਾਂਝੀ ਕੀਤਾ ਤੁਹਾਡੇ ਨਾਲ, ਇੱਕ ਮੈਂ ਜਾਣਦਾ ਫੈਮਿਲੀ ਨੂੰ, ਉਹਦੀ ਵਾਈਫ ਮੇਰੇ ਨਾਲ ਗੱਲ ਕਰਦੀ ਸੀ, ਉਸ ਸਾਲ ਦੀ ਗੱਲ ਹੋ ਗਈ। ਉਹ ਦੱਸਦੀ ਸੀ ਮੈਨੂੰ ਕਿ ਉਹਦੇ ਖੁਦ ਨੇ ਪਿਓ ਨੇ ਉਹਦੇ ਨਾਲ ਗਲਤ ਕੰਮ ਕੀਤਾ, ਤੇ ਅਸੀਂ ਗੱਲ ਕਰਦੇ ਸੀ ਮਤਲਬ ਵੀ ਬਾਈਬਲ ਪੜ੍ਹ, ਤੂੰ ਪ੍ਰਾਰਥਨਾ ਕਰ, ਜੀਸਸ ਨੂੰ ਮੰਨ, ਹੋਰ ਗੱਲਾਂ, ਕਿਉਂਕਿ ਘਰ 'ਚ ਤਾਂ ਪਿਕਚਰਾਂ ਲਾਈਆਂ, ਉਹ ਮੰਨਦੇ ਨਹੀਂ। ਕਹਿੰਦੀ ਜਦ ਵੀ ਮੇਰਾ ਪਿਓ ਮੇਰੇ ਨਾਲ ਪੁੱਠਾ ਕੰਮ ਕਰਦਾ ਸੀ, ਮੈਂ ਪਰਮੇਸ਼ਵਰ ਨੂੰ ਬੁਲਾਉਂਦੀ ਸੀ, ਤੇ ਜਦੋਂ ਆਇਆ ਨਹੀਂ ਮੈਂ ਨਹੀਂ ਉਹਨੂੰ ਮੁੜ ਕੇ ਬੁਲਾਇਆ। ਫਿਰ ਸਮਝਦਾ ਔਖਾ। ਪਰ ਜੇ ਬਾਈਬਲ ਆਪਾਂ ਨੂੰ ਕੀ ਦੱਸਦੀ ਹੈ, ਜੇ ਆਪਾਂ ਹੀ ਨਹੀਂ ਪਰਮੇਸ਼ਵਰ ਕੋਲ ਜਾਵਾਂਗੇ ਫਿਰ ਪਰਮੇਸ਼ਵਰ ਕਿਉਂ ਆਪਣੇ ਕੋਲ ਆਊਗਾ? ਆਪਾਂ ਨੂੰ ਜਾਣਾ ਪੈਣਾ ਪਰਮੇਸ਼ਵਰ ਕੋਲ ਹਰ ਇੱਕ ਕਦਮ 'ਚ ਆਪਣੀ ਜ਼ਿੰਦਗੀ ਦਾ, ਚਾਹੇ ਛੋਟਾ ਚਾਹੇ ਬੜਾ, ਆਪਾਂ ਨੂੰ ਜਾਣਾ ਪੈਣਾ, ਤਾਂ ਪਰਮੇਸ਼ਵਰ ਵੀ ਆਪਣੇ ਵੱਲ ਆਊਗਾ, ਪਰਮੇਸ਼ਵਰ ਵੀ ਆਪਣੀ ਪ੍ਰਾਰਥਨਾ 'ਚ ਕੰਨ ਲਾਊਗਾ। ਮੈਂ ਹੁਣ ਪ੍ਰਾਰਥਨਾ ਕਰਦਾ ਹੁੰਦਾ, ਕਈ ਵਾਰ ਮੈਂ ਬਹਿਣਾ ਚੁੱਪ ਕਰਕੇ ਆਪਣਾ ਜਾਂ ਸਾਈਡ ਤੇ, ਮੰਮੀ ਕਹਿੰਦੇ ਵੀ ਰਾਤ ਨੂੰ ਮੈਂ ਉੱਲੂ ਵਾਂਗੂ ਜਾਗਦਾ ਰਹਿੰਦਾ। ਕਈ ਵਾਰ ਕੋਈ ਜ਼ਿਆਦਾ ਆਪਣੇ ਘਰਾੜੇ ਮਾਰਦਾ ਹੁੰਦੇ ਨੇ, ਮੈਂ ਲਿਵਿੰਗ ਰੂਮ 'ਚ ਜਾ ਕੇ ਆਪਣੀ ਪ੍ਰਾਰਥਨਾ ਕਰਦਾ, ਥੋੜੀ ਜਿਹੀ ਇਕੱਲਾ ਬਹਿ ਜਾਂਦਾ ਆਪਣਾ, ਪਰਮੇਸ਼ਵਰ ਕਹਿੰਦਾ ਪਰਮੇਸ਼ਵਰ ਮਤਲਬ ਪ੍ਰਾਰਥਨਾ ਹੈ, ਹੁਣ ਮੈਨੂੰ ਜਵਾਬ ਦੇ, ਗੱਲ ਸੁਣ ਮੇਰੀ, ਬੋਲ ਮੇਰੇ ਨਾਲ, ਹੋਰ ਵੀ ਜੋ ਗੱਲਾਂ ਨੇ ਮਨ ਦੀਆਂ ਮੈਂ ਬੋਲਦਾ ਉਹਨਾਂ ਨਾਲ ਸਾਂਝੀ ਸ਼ੇਅਰ ਕਰਦਾ। ਜੇ ਆਪਾਂ ਨਹੀਂ ਕਰਾਂਗੇ ਇਹ, ਜੇ ਮੈਂ ਨਹੀਂ ਕਰੂੰਗਾ, ਕਿਸ ਤਰ੍ਹਾਂ ਮੈਂ ਐਕਸਪੈਕਟ ਕਰਦਾ ਉਹ ਕਿ ਇੱਕ ਦਿਨ ਉਹੀ ਤੁਰਿਆ ਆਊਗਾ ਦਰਵਾਜ਼ੇ ਰਾਹੀਂ, ਕਿਉਂਕਿ ਉਹਦੇ ਘਰ 'ਚ ਖੜਾ ਮੈਂ, ਉਹ ਤੂੰ ਬਹੁਤ ਚੰਗਾ ਮੇਰੇ ਘਰ ਆ ਗਿਆ, ਲਾ ਆ ਗਿਆ। ਮੈਂ ਨਹੀਂ ਕਰ ਸਕਦਾ ਉਹ। ਪਰ ਬਾਈਬਲ ਕੀ ਕਹਿੰਦੀ ਆ, ਆਪਾਂ ਜਿਹੜੇ ਆਲਰੇਡੀ ਹੁਣ ਆਪਾਂ ਜਿਹੜੇ ਪਤਾ ਚੱਲ ਗਿਆ, ਆਪਣੀ ਜਿਹੜੀ ਅੱਖਾਂ ਖੁੱਲ ਗਈਆਂ ਵੀ ਆਪਾਂ ਗਲਤ ਰਾਹ ਸੀਗੇ, ਆਪਾਂ ਆਹ ਸਹੀ ਰਾਹ ਹੈ, ਆਹ ਸਹੀ ਜਗ੍ਹਾ, ਆਹ ਸਹੀ ਪਰਮੇਸ਼ਵਰ ਹੈ, ਹੁਣ ਆਪਣੀ ਸੇਮ ਟਾਈਮ ਜ਼ਿੰਮੇਵਾਰੀ ਵੀ ਸ਼ੁਰੂ ਹੋ ਗਈ ਕਿ ਆਪਾਂ ਜ਼ਿੰਦਗੀ ਨੂੰ ਵੀ ਆਪਣੀ ਨੂੰ ਸਹੀ ਚੱਲੀਏ, ਰਹੀਏ, ਤਾਂ ਕਿ ਪਰਮੇਸ਼ਵਰ ਦਾ ਨੂਰ ਵੀ ਆਪਣੇ ਨਾਲ ਰਵੇ, ਉਹਦੀ ਆਤਮਾ, ਉਹਦਾ ਮਦਦਗਾਰ ਵੀ ਆਪਣੇ ਨਾਲ ਰਵੇ। ਗੁੱਸੇ ਨਾ ਕਰ ਲਈ ਆਪਾਂ, ਪਰੇ ਨਾ ਹੋ ਜਾਏ ਆਪਣੇ ਤੋਂ। ਕੀ ਕਹਿੰਦਾ? ਕਹਿੰਦਾ wash your hands, you sinners, and purify your heart, you double-minded. ਕੀ ਕਹਿੰਦਾ? ਕਹਿੰਦਾ ਆਪਣੇ ਹੱਥ ਨੂੰ ਧੋ ਲਓ, ਤੇ ਮੈਂ ਮੁੜ ਕੇ ਨਹੀਂ ਕਰਨਾ ਇਹ। ਆਪਣੇ ਦਿਲਾਂ ਨੂੰ ਆਪਾਂ ਸਾਫ਼ ਕਰ ਲਈਏ ਕਿ ਪਰਮੇਸ਼ਵਰ ਤੇਰੇ ਪਿੱਛੇ ਹੀ ਚੱਲਣਾ ਮੈਂ, ਤੇ ਦੋਗਲੀ ਚਾਲ, ਦੋਗਲੀ ਸੋਚ, ਕਹਿੰਦਾ ਇਹਨੂੰ ਚੇਂਜ ਕਰੀਏ ਆਪਣੀ ਜ਼ਿੰਦਗੀ ਦੇ ਰਾਹਾਂ ਨੂੰ। ਜੇ ਆਪਾਂ ਚਾਹੁੰਦੇ ਆ ਕਿ ਜਦ ਮੈਂ ਪ੍ਰਾਰਥਨਾ ਕਰਾਂ ਮੇਰੀ ਪ੍ਰਾਰਥਨਾ ਸੁਣੀ ਜਾਵੇ, ਹਾਂ ਕਦ ਜਵਾਬ ਆਵੇ ਮੈਂ ਨਹੀਂ ਕਹਿ ਨਹੀਂ ਸਕਦਾ, ਤੁਹਾਡੇ ਤੇ ਪਰਮੇਸ਼ਰ ਦੇ ਵਿੱਚ ਹੈ, ਪਰ ਪ੍ਰਾਰਥਨਾ ਦਾ ਜਵਾਬ ਜੇ ਆਵੇ, ਜਦ ਵੀ ਆਵੇ, ਤਾਂ ਹੀ ਆਊਗਾ ਜੇ ਪਰਮੇਸ਼ਵਰ ਦਾ ਕੰਨ ਖੁੱਲਾ ਹੋ ਆਪਣੇ ਵਾਸਤੇ।
ਉਹ ਨਾ ਆਪਣੇ ਜ਼ਿੰਦਗੀ ਚੋਂ ਖੁੰਝ ਜਾਏ, ਉਹ ਨਾ ਆਪਣੀ ਜ਼ਿੰਦਗੀ 'ਚ ਬਰਕਤ ਉੜ ਜਾਏ। ਕਿਉਂਕਿ ਫਿਰ ਬਾਕੀ ਗੱਲਾਂ ਸੇਮ ਆਪਾਂ ਦੁਨੀਆ ਵਰਗੀਆਂ ਬਾਕੀ ਗੱਲਾਂ ਨੇ, ਫਿਰ ਜੋ ਮਰਜ਼ੀ ਕਰੋ, ਕਿਉਂਕਿ ਪਰਮੇਸ਼ਰ ਆਲਰੇਡੀ ਚਲੇ ਗਿਆ, ਉਹਦੀ ਗੱਲਾਂ ਆਲਰੇਡੀ ਚਲੇ ਗਈ। ਤਾਂ ਹੀ ਬਾਈਬਲ 'ਚ ਕਿੰਨੀ ਵਾਰ ਲਿਖਿਆ, ਬਾਰ-ਬਾਰ ਲਿਖਿਆ, ਬਾਰ-ਬਾਰ ਲੋਕਾਂ ਨੇ ਕਿਹਾ, ਜੀਸਸ ਨੇ ਵੀ ਕਿਹਾ, ਕਹਿੰਦਾ ਦੋਗਲੀ ਚਾਲ ਨਾ ਚੱਲੋ, ਦੋ ਮਾਲਕਾਂ ਦੀ ਸੇਵਾ ਨਾ ਕਰੋ। ਅਲਾਈਜਾ ਨੇ ਜਦ ਮਾਊਂਟ ਕਾਰਮਲ ਤੇ ਸੀਗਾ, ਉਹ ਪਹਿਲੇ ਰਾਜਿਆਂ ਦਾ ਜਿਹੜਾ 18ਵਾਂ ਚੈਪਟਰ ਆ ਉਹ ਉਸ 'ਚ ਸੀਗਾ, ਜਦ ਉਹ ਮਾਊਂਟ ਕਾਰਮਲ ਤੇ ਉਹਨੇ ਕੀ ਕਿਹਾ ਸੀ ਇਜ਼ਰਾਈਲੀਆਂ ਨੂੰ, ਕਹਿੰਦਾ ਕਿੰਨੀ ਦੇਰ ਤੱਕ ਤੁਸੀਂ ਦੋਗਲੀ ਚਾਲ ਚੱਲੋਗੇ। ਕਹਿੰਦਾ ਜਾਂ ਪਰਮੇਸ਼ਰ ਨੂੰ ਮੰਨ ਲਓ ਜਾਂ ਬਾਲ ਨੂੰ, ਮਤਲਬ ਪੂਰੇ ਹੋ ਜਾਓ, ਗੱਭੇ ਨਾ ਘੁੰਮੀ ਜਾਓ, ਇੱਧਰ ਵੀ ਮੜੇ, ਇੱਧਰ ਵੀ ਮੜੇ, ਇੱਧਰ ਵੀ ਮੜੇ। ਕੱਲਾ ਉਹਨੇ ਨਹੀਂ, ਜਾਸ਼ੂਆ ਨੇ ਵੀ ਕੀ ਕਿਹਾ ਸੀ, ਜਾਸ਼ੂਆ ਨੇ ਵੀ ਇਜ਼ਰਾਈਲੀਆਂ ਨੂੰ ਕਿਹਾ ਸੀਗਾ, ਜਿਹੜਾ ਆਪਣੇ ਵਾਸਤੇ ਵੀ ਅੱਜ, ਕਿ ਆਪਾਂ ਪਰਮੇਸ਼ਰ ਨੂੰ ਫੜ ਲਈਏ, ਉਹਦੀ ਗੱਲ ਨੂੰ ਫੜ ਲਈਏ, ਉਹਦੇ ਕੰਮਾਂ ਨੂੰ ਫੜ ਲਈਏ, ਦੋਗਲੀ ਚਾਲ ਨਾ ਚੱਲੀਏ। ਤਾਂ ਹੀ ਉਹਨੇ ਐਂਡ 'ਚ ਕੀ ਕਿਹਾ ਸੀ, ਕਹਿੰਦਾ ਮੈਨੂੰ ਇਹ ਪਤਾ ਵਚਨ ਜਿਹੜਾ ਪਰਮੇਸ਼ਰ ਹੈ ਮੈਨੂੰ ਦਿੱਤਾ, ਤੁਹਾਨੂੰ ਦੱਸਣ ਨੂੰ ਮੈਂ ਦੱਸਤਾ, ਪਰ ਮੈਨੂੰ ਪਤਾ ਮੈਂ ਤੇ ਮੇਰਾ ਘਰਾਣਾ ਅਸੀਂ ਪਰਮੇਸ਼ਰ ਨੂੰ ਮੰਨਾਂਗੇ, ਅਸੀਂ ਉਹਦੀ ਗੱਲ ਨੂੰ ਮੰਨਾਂਗੇ। ਆਪਣੇ ਤੇ ਵੀ ਹੈ, ਕਿਉਂਕਿ ਇੰਡੀਵਿਜੂਅਲ ਗੱਲ ਹੈ ਇਹ, ਆਪਣੇ ਤੇ ਸਾਰੇ ਘਰਾਣੇ 'ਚ ਵੀ ਆ, ਪਰ ਇੰਡੀਵਿਜੂਅਲੀ ਵੀ ਆ। ਤਾਂ ਹੀ ਆਪਣੀ ਜ਼ਿੰਦਗੀ 'ਚ ਵਾਧਾ ਆਊਗਾ, ਰਹੂਗਾ, ਪਰਮੇਸ਼ਰ ਦੀ ਬਰਕਤ ਆਊਗੀ ਤੇ ਰਹੂਗੀ, ਉਹਦੀ ਰੂਹ ਆਊਗੀ ਤੇ ਰਹੂਗੀ, ਜੇ ਆਪਾਂ ਮਨ 'ਚ ਆਪਣੇ 'ਚ ਰਵਾਂਗੇ ਇੱਕ ਰਾਹ 'ਚ। ਜੇ ਇੱਕ ਰਾਹ ਤੇ ਨਹੀਂ ਰਵਾਂਗੇ, ਆਪਣੀ ਸੋਚ ਸ਼ੱਕ ਵਾਲੀ ਸੋਚ ਹੈ, ਕੁਝ ਵੀ ਹੈ, ਉੱਥੇ ਗੱਲ ਬਣਨੀ ਨਹੀਂ, ਉੱਤੇ ਗੱਲ ਬਣਨੀ ਨਹੀਂ। ਇਹ ਚੇਂਜ ਕਰਨਾ ਪੈਣਾ ਆਪਾਂ ਨੂੰ, ਆਪਣੀ ਜ਼ਿੰਦਗੀ ਛੋਟੀ ਛੋਟੀ ਗੱਲਾਂ 'ਚ ਵੀ ਚੇਂਜ ਕਰੀਏ ਆਪਾਂ। ਜੇ ਪਰਮੇਸ਼ਰ ਨੂੰ ਪਹਿਲ ਦੇਵਾਂਗੇ, ਉਹਦਾ ਆਪੋਜ਼ਿਟ ਕੀ ਹੈ, ਪਰਮੇਸ਼ਰ ਆਪਾਂ ਨੂੰ ਪਹਿਲ ਦੇਊਗਾ, ਪਰਮੇਸ਼ਰ ਆਪਾਂ ਨੂੰ ਪਹਿਲ ਦੇਊਗਾ। ਉਹ ਕੀ ਹੈ ਕਿ ਚਾਹੇ ਸੰਸਾਰ ਦੀ ਸੇਵਾ ਕਰ ਲਓ, ਚਾਹੇ ਪਰਮੇਸ਼ਰ ਦੀ ਸੇਵਾ ਕਰ ਲਓ, ਇੱਕੋ ਹੀ ਹੋਣੀ ਹੈ। ਕੋਈ ਸੇਵਾ, ਕਿਉਂਕਿ ਟਾਈਮ ਹੈ ਕੀ ਹੈ, ਟਾਈਮ ਇੰਨਾ ਤੁਹਾਡੇ ਕੋਲ, ਐਗਜ਼ਾਮਪਲ ਹੈ, ਚਲੋ ਇੰਨਾ ਜ਼ਿਆਦਾ ਟਾਈਮ ਹੈ ਤੁਹਾਡੇ ਕੋਲ ਜ਼ਿੰਦਗੀ ਦਾ, ਦਿਨ ਦਾ, ਉਹ 'ਚ ਤੁਸੀਂ 24 ਘੰਟੇ ਨੇ, ਚਲੋ ਐਗਜ਼ਾਮਪਲ 24 ਘੰਟੇ ਨੇ, ਉਹ ਤੁਸੀਂ ਸੌਣਾ ਵੀ ਹੈ, ਸਰੀਰ ਨੂੰ ਸੌਣਾ ਪੈਣਾ, ਲੋੜ ਹੈ। ਜੇ ਨਹੀਂ ਸੌਂਗੇ, ਕੱਲ ਨੂੰ ਸੌਂਗੇ ਜਾਂ ਪਰਸੋਂ ਸਰੀਰ ਗਿਰ ਜੂਗਾ। ਮੈਨੂੰ ਯਾਦ ਹੈ, ਮੈਂ ਜਦ ਹੁੰਦਾ ਸੀ ਯੰਗ, ਹਾਈ ਸਕੂਲ 'ਚ ਸੀਗੇ ਅਸੀਂ, ਸਾਰਾ ਦਿਨ ਸਕੂਲ ਵੀ ਜਾਣਾ, ਫਿਰ ਜਾ ਕੇ ਖੇਲਣਾ, ਹੋਮਵਰਕ ਤਾਂ ਅਸੀਂ ਪਹਿਲਾਂ ਕਰ ਦਿੰਦੇ, ਖੇਲਣਾ ਸਾਰਾ ਸ਼ਾਮ ਨੂੰ, ਫਿਰ ਸਾਰੀ ਰਾਤ ਵੀ ਖੇਲੀ ਜਾਣਾ, ਵੀਡੀਓ ਗੇਮਾਂ ਖੇਲਣੀਆਂ, ਜੇ ਹੋਰ ਕੁਝ ਕਰਨਾ ਜੋ ਵੀ ਆ, ਅਗਲੇ ਦਿਨ ਫਿਰ ਸਕੂਲ ਚਲੇ ਜਾਣਾ, ਫਿਰ ਖੇਲਣਾ, ਫਿਰ ਆ ਕੇ ਪੈ ਜਾਣਾ, ਨੋ ਪ੍ਰੋਬਲਮ ਸੀ ਸਰੀਰ ਦੀ ਉਸ ਟਾਈਮ। ਹੁਣ ਹੁਣ ਮੈਂ ਲੇਟ ਵੀ ਸੌਣਾ, ਮੇਰਾ ਸਰੀਰ, ਮੈਨੂੰ ਲੋੜ, ਮੇਰੀ ਅੱਖਾਂ, ਹੁਣ ਤਾਂ ਆਲਰੇਡੀ ਅੱਖਾਂ ਦਾ ਫਰਕ ਪੈਣ ਲੱਗਿਆ ਥੋੜਾ ਥੋੜਾ, ਪਰ ਆਲਰੇਡੀ ਮੈਂ ਘਰੇ ਬੈਠਾ ਜਦ ਪ੍ਰੇ ਕਰਦਾ, ਉੱਥੇ ਪੜ੍ਹਦੇ ਹੁੰਦੇ ਬਾਈਬਲ ਕਮਰੇ 'ਚ, ਮੈਨੂੰ ਧਿਆਨ ਕਰਨਾ ਪੈਂਦਾ, ਕਿਉਂਕਿ ਥੱਕ ਰਿਹਾ ਸਰੀਰ, ਅੱਖਾਂ ਥੱਕ ਰਹੀਆਂ ਨੇ, ਪ੍ਰੇਅਰ ਨਹੀਂ ਹੁੰਦੀ ਕਿਉਂਕਿ ਥੱਕ ਰਿਹਾ ਸਰੀਰ, ਟੂ ਲੇਟ ਹੋ ਗਿਆ। ਉਹਦੇ ਕਰਕੇ ਆਪਾਂ ਨੂੰ ਸਮਾਂ ਆਪਣਾ ਕਰਨਾ ਪੈਣਾ, ਆਰਗੇਨਾਈਜ਼ ਕਰਨਾ ਪੈਣਾ। ਮੰਮੀ ਮੈਨੂੰ 24 ਘੰਟੇ ਇਹੀ ਕਹਿੰਦੇ ਹੁੰਦੇ ਵੀ ਆਪਣੇ ਆਪ ਨੂੰ ਕਰੋ ਆਰਗੇਨਾਈਜ਼, ਮੈਨੂੰ ਵੀ ਪਤਾ ਕਰਨਾ ਪੈਣਾ ਸਮਾਂ, ਚਾਹੇ ਜ਼ਿੰਦਗੀ ਆਰਗੇਨਾਈਜ਼ ਨਾ ਹੋਵੇ ਫਿਜ਼ੀਕਲ, ਪਰ ਰੂਹ 'ਚ ਆਪਾਂ ਆਪਣੇ ਆਪ ਨੂੰ ਪਰਮੇਸ਼ਰ 'ਚ ਆਰਗੇਨਾਈਜ਼ ਕਰ ਲਈਏ। ਜ਼ਿੰਦਗੀ ਮਤਲਬ ਵੀ ਮੈਂ ਆਪਣੇ ਵੱਲ ਕਹਿ ਰਿਹਾ, ਤੁਹਾਨੂੰ ਨਹੀਂ ਕਹਿ ਰਿਹਾ, ਮੇਰੇ ਵੱਲ ਦੇਖੋ ਵੀ ਮੇਰੇ ਕੋਲ ਕੁਝ ਨਹੀਂ ਹੈ, ਮਤਲਬ ਜੇ ਕੰਪੇਅਰ ਕਰੀਏ ਹੋਰਾਂ ਨਾਲ, ਮੇਰੇ ਨਾਲ ਉਹ ਜਿਹੜੇ ਖੇਤਾਂ 'ਚ ਕੰਮ ਕਰਦੇ ਨੇ ਉਹ ਵਧੀਆ ਰਹਿ ਰਹੇ ਨੇ, ਜੇ ਬੈਂਕ ਅਕਾਊਂਟ ਨੂੰ ਦੇਖੀਏ, ਹੋਰ ਗੱਲਾਂ ਨੂੰ ਦੇਖੀਏ, ਮੇਰੀ ਜ਼ਿੰਦਗੀ ਉਸ 'ਚ, ਤਾਂ ਹੀ ਅਜੇ 2 ਦਿਨ ਪਹਿਲਾਂ ਹੀ ਬੈਨ ਆਇਆ ਸੀ ਘਰੇ, ਮੰਮੀ ਨੂੰ ਕਹਿੰਦਾ ਇਹਨੂੰ ਕਹਿ ਕੁਛ ਕਰੇ, ਹੁਣ ਇਹ ਚਾਹੀਦਾ ਮੈਨੂੰ ਕਰਨਾ, ਕਿਉਂਕਿ ਦੁਨਿਆਵੀ ਦੇ ਸਟੈਂਡਰਡ 'ਚ ਮੈਂ ਸਹੀ ਨਹੀਂ ਹਾਂ, ਜੇ ਉਸ 'ਚ ਤੋਲਿਆ ਜਾਵਾਂ ਮੈਂ ਫੇਲ ਹਾਂ, ਪਰ ਜੇ ਮੈਂ ਰੂਹ 'ਚ ਸਹੀ ਹੋ ਜਾ, ਦੁਨਿਆਵੀ ਦਾ ਕੋਈ ਗੱਲ ਨਹੀਂ ਆਊਗਾ, ਉਹ ਰੂਹ 'ਚ ਸਹੀ ਹੋਵਾਂ, ਉਹ ਮੇਰੇ ਵਾਸਤੇ ਇੰਪੋਰਟੈਂਟ ਆ, ਉਹ ਪਹਿਲ ਆ। ਜੇ ਮੈਂ ਦੁਨੀਆ ਦੀ ਗੱਲਾਂ 'ਚ ਫੇਲੀਅਰ ਹੋ ਜਾਵਾਂ, ਉਹਦਾ ਕੋਈ ਫਰਕ ਨਹੀਂ ਪੈਣਾ,
ਪਰ ਮੈਂ ਰੂਹ ਦੀ ਗੱਲਾਂ 'ਚ ਫੇਲੀਅਰ ਨਾ ਹੋ ਜਾਂ। ਜੇ ਉੱਥੇ ਫੇਲੀਅਰ ਹੋ ਗਿਆ, ਉੱਥੇ ਫਰਕ ਪੈ ਜਾਣਾ ਮੈਨੂੰ। ਉਸੇ ਤਰ੍ਹਾਂ ਸਾਰਿਆਂ ਨੂੰ ਵੀ ਆ, ਜੇ ਆਪਾਂ ਰੂਹ ਦੀ ਗੱਲਾਂ 'ਚ ਸਹੀ ਨਹੀਂ ਹੁੰਦੇ, ਕਿਉਂਕਿ ਉਹ ਸਰੀਰ ਦੇ ਨਾਲ ਲੱਗਦੀਆਂ ਨੇ। ਆਪਾਂ ਪ੍ਰਾਰਥਨਾ ਨਹੀਂ ਕਰਦੇ, ਵਚਨ ਨਹੀਂ ਪੜ੍ਹਦੇ, ਪਰਮੇਸ਼ਵਰ ਦੇ ਵਚਨ ਦਾ ਆਦਰ ਨਹੀਂ ਕਰਦੇ, ਉਹਦੇ ਤੇ ਨਹੀਂ ਚੱਲਦੇ, ਪ੍ਰੋਬਲਮ ਆ ਜਾਊਗੀ ਆਪਾਂ ਨੂੰ। ਅੱਜ ਨੂੰ ਨਹੀਂ ਆਉ, ਕੱਲ ਨੂੰ ਆ ਜਾਊ, ਕੱਲ ਨੂੰ ਨਹੀਂ ਆਈ ਪਰਸੋਂ ਆ ਜਾਊ। ਜਦੋਂ ਆਊਗੀ ਫਿਰ ਮਦਦਗਾਰ ਕਿੱਥੇ ਹੋਊਗਾ? ਗੱਲ ਕੁਐਸਚਨ ਸਵਾਲ ਇਹ ਹੈ, ਸਭ ਤੋਂ ਬੜਾ ਮਦਦਗਾਰ ਕਿੱਥੇ ਹੋਊਗਾ? ਬਾਈਬਲ 'ਚ ਕਿਤੇ ਗਾਰੰਟੀ ਨਹੀਂ ਲਿਖੀ ਵੀ ਤੁਸੀਂ ਮੈਨੂੰ ਅਪਣਾ ਲਿਆ ਬਸ ਬੱਲੇ ਬੱਲੇ ਹੀ ਆ। ਸਵਰਗ 'ਚ ਜਿੱਥੇ ਪਰਮੇਸ਼ਵਰ ਨੇ ਆਪਣੇ ਪੁੱਤਰ ਨੂੰ ਕਿਤੇ ਰਾਈਟ ਹੈਂਡ ਸਾਈਡ ਤੇ ਬਿਠਾਇਆ, ਉਹਦੇ ਰਾਈਟ ਹੈਂਡ ਸਾਈਡ ਤੇ ਤੁਹਾਡੀ ਗੱਡੀ ਤੇ ਗੱਦੀ ਬੈਠੀ ਆ ਜਿਹਦੇ ਨੇਮ ਪਲੇਟ ਲੱਗਿਆ ਹੋਇਆ ਸੋ ਐਂਡ ਸੋ ਉਰੇ ਬੈਠਾ, ਸੋ ਐਂਡ ਸੋ ਉਰੇ ਬੈਠਾ, ਨਹੀਂ। ਬਾਈਬਲ 'ਚ ਇਹ ਵੀ ਲਿਖਿਆ ਜਿਹੜੇ ਪਹਿਲੇ ਸੀ ਉਹ ਪਿੱਛੇ ਹੋ ਜਾਣਗੇ। ਸਲਿੱਪ ਵੀ ਹੁੰਦੇ ਨੇ, ਲੋਕ ਪਿੱਛੇ ਵੀ ਰਹਿ ਜਾਂਦੇ ਨੇ। ਤੁਹਾਡੇ ਮੂਹਰੀ ਨੇ ਕਿੰਨੀਆਂ ਫੈਮਲੀਆਂ ਆਈਆਂ ਉਰੇ, ਕਿੰਨੀ ਵਾਰ ਆਪਾਂ ਨੂੰ ਜਲੂਸ 'ਚ ਦੇਖਿਆ ਜਾਂਦਾ। ਸ਼ੈਤਾਨ ਖਿੱਚ ਵੀ ਲੈਂਦਾ ਹੈ। ਸ਼ੈਤਾਨ 24 ਘੰਟੇ ਲੱਤਾਂ ਨੂੰ ਫੜਨ ਨੂੰ ਪਿਆ ਹੋਇਆ। ਬਚਣਾ ਆਪਾਂ ਹੈ, ਬਚਣਾ ਆਪਾਂ ਹੈ। ਕੱਲਾ ਹੀ ਨਹੀਂ ਵੀ ਉਹ ਮੈਂ ਗੁਰਦੁਆਰੇ ਨਹੀਂ ਜਾਊਂਗਾ ਜਾਂ ਮੰਦਿਰ ਨਹੀਂ ਜਾਊਂਗਾ ਜਾਂ ਉਹਨਾਂ ਦੀਆਂ ਗੱਲਾਂ ਨੂੰ ਨਹੀਂ ਸੁਣੂੰਗਾ ਮੈਂ ਬਚ ਗਿਆ, ਨਹੀਂ। ਇੰਨਾ ਜੇ ਸੌਖਾ ਹੁੰਦਾ ਫਿਰ ਤੇ ਗੱਲ ਆਈ ਗਈ ਸੀ, ਨਹੀਂ। ਸ਼ੈਤਾਨ ਆਪਣੇ ਵਿੱਚ ਆ ਜੇ ਆਪਾਂ ਪਰਮੇਸ਼ਵਰ ਨੂੰ ਨਹੀਂ ਬਾੜਦੇ। ਹੁਣ ਜਿਵੇਂ ਅੱਜ ਹੀ ਤੁਸੀਂ ਦੇਖ ਲਓ, ਹੁਣ ਆਪਾਂ ਕਿੰਨੇ ਕੁ ਜਣੇ ਬੈਠੇ ਆ, ਅਸੀਂ ਮੈਂ ਤੇ ਮਾਈਕ ਇਹ ਸੋਚਦੇ ਸੀ ਕਿ ਵੀ ਸ਼ਾਇਦ ਅੱਜ ਚਰਚ ਖੋਲਣਾ ਸਾਰੇ ਜਣੇ ਆਉਣਗੇ। ਮੈਂ ਤਾਂ ਸੋਚਦਾ ਸੀ ਸਾਰੇ ਆਣਗੇ ਕਿਉਂਕਿ 2 ਮਹੀਨੇ ਹੋ ਬੈਠਣ ਨੂੰ ਗਏ, ਜਗ੍ਹਾ ਨਹੀਂ ਲੱਭਣੀ, ਆਪਾਂ ਕਿਵੇਂ ਪ੍ਰਪੇਅਰ ਕਰਾਂਗੇ। ਪਰ ਨਹੀਂ, ਅੱਜ ਤੁਸੀਂ ਦੇਖ ਸਕਦੇ ਹੋ ਕਿੰਨਿਆਂ ਨੇ ਇਹ ਡਿਸੀਜਨ ਬਣਾਇਆ ਕਿ ਅਸੀਂ ਨਹੀਂ ਜਾਣਾ। ਕੱਲ ਨੂੰ ਪਰਮੇਸ਼ਰ ਜੇ ਕਹਿੰਦੇ ਮੈਂ ਵੀ ਨਹੀਂ ਆਉਣਾ, ਫਿਰ ਕੀ ਹੋਊਗਾ? ਚਲੋ ਇਹ ਤਾਂ ਐਗਜ਼ਾਮਪਲ ਆ, ਇਹ ਤਾਂ ਐਗਜ਼ਾਮਪਲ ਹੈ। ਇਹ ਨਹੀਂ ਵੀ ਚਰਚ ਆਏ ਤੇ ਪਰਮੇਸ਼ਵਰ ਆਊਗਾ ਤੁਹਾਡੀ ਜ਼ਿੰਦਗੀ 'ਚ। ਇਹ ਨਹੀਂ ਕਹਿੰਦੇ ਅਸੀਂ ਮੇਰੇ ਵਾਸਤੇ ਨਹੀਂ ਆਉਣਾ, ਤੁਸੀਂ ਆਪਣੇ ਵਾਸਤੇ ਆਉਣਾ, ਸਾਰਿਆਂ ਨੇ ਆਪਣੇ ਵਾਸਤੇ ਆਉਣਾ। ਪਰ ਇਹ ਐਗਜ਼ਾਮਪਲ ਹੈ ਇਹ। ਪਰ ਇਹ ਸੇਮ ਟਾਈਮ ਕੀ ਹੈ, ਇਹ ਦਿਖਦਾ, ਇਹ ਜੇ ਦਿਖਦਾ ਵੀ ਸਰੀਰ 'ਚ ਕੀ ਹੋ ਰਿਹਾ। ਜੇ ਸਰੀਰ 'ਚ ਆ ਹੋ ਰਿਹਾ, ਰੂਹ 'ਚ ਕੀ ਹੋ ਰਿਹਾ ਫਿਰ? ਕਿਉਂਕਿ ਜੀਸਸ ਨੇ ਕੀ ਕਿਹਾ? ਕਹਿੰਦਾ ਫਰੂਟ ਨਾਲ ਤੁਸੀਂ ਪਛਾਣ ਲਓ ਕਿਹੜਾ ਟਰੀ ਹੈ। ਫਰੂਟ ਕੀ ਹੈ? ਫਿਜ਼ੀਕਲ ਦਿਖ ਰਿਹਾ, ਗੱਲਾਂ ਜਿਹੜੀਆਂ ਟੱਚ ਕਰਾਂਗੇ ਫੀਲ ਪਤਾ ਚੱਲ ਜੀ ਵੀ ਕਿਹੜਾ ਟਰੀ ਹੈ। ਉਹਨੇ ਇਹ ਨਹੀਂ ਕਿਹਾ ਰੂਹ ਦੇ ਫਰੂਟ, ਕਿਉਂਕਿ ਰੂਹ ਦਾ ਫਰੂਟ ਤਾਂ ਕੋਈ ਆਪਾਂ ਨਹੀਂ ਦੇਖ ਸਕਦੇ ਸਰੀਰ 'ਚ, ਉਹ ਤਾਂ ਪਰਮੇਸ਼ਵਰ ਦੇਖਦਾ। ਸਰੀਰ ਵਾਲੇ ਫਰੂਟ ਕਿਹਾ ਉਹਨੇ। ਉਹਦੇ ਕਰਕੇ ਤਾਂ ਹੀ ਮੈਂ ਤਾਂ ਸੋਚਦਾ 2 ਮਹੀਨੇ ਹੋ ਗਏ ਦੇਖੀ ਸਭ ਉਹ ਪੰਜਾਬੀ ਵਰਡ ਕੀ ਅਤਾਵਲੇ, ਅਤਾਵਲੇ ਹੋਣੇ। ਉਹ ਕੱਲ ਚਰਚ ਖੋਲਿਆ ਸੀ, ਕੱਲ ਜਾਈਏ, ਚਲੋ ਚਲੇ ਗਏ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਇਹਦਾ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ, ਐਟਲੀਸਟ ਮੈਨੂੰ ਕੋਈ ਫਰਕ ਨਹੀਂ ਪੈਂਦਾ। ਸਭ ਦਾ ਆਪਣਾ ਆਪਣਾ ਤੁਹਾਡਾ। ਉਹਨਾਂ ਨੂੰ ਨੀਂਦ ਨਹੀਂ ਉਤਰਦੀ, ਹੁਣ ਕਹਿੰਦੇ ਹੁਣ ਹੋ ਸਕਦੀ ਹੈ ਮੇਰੇ ਬਾਪ ਮੈਨੂੰ ਕਹਿੰਦੇ ਉਹ ਕੋਈ ਪਤਾ ਨਹੀਂ, ਕੋਈ ਪਤਾ ਨਹੀਂ। ਚਲੋ ਪਰ ਐਂਡ 'ਚ ਕੀ ਹੈ, ਆਪਾਂ ਜੋ ਅੱਜ ਦਾ ਮੈਸੇਜ ਹੈ, ਆਪਾਂ ਦੋਗਲੀ ਚਾਲ ਕੋਸ਼ਿਸ਼ ਕਰੀਏ ਆਪਣੀ ਜ਼ਿੰਦਗੀ 'ਚ ਨਾ ਚੱਲੀਏ। ਜੇ ਮਤਲਬ ਸਭ ਨੇ ਆਪਾਂ ਨੇ ਚੱਲੀ ਹੋਈ ਆ, ਤੇ ਕਈ ਬਹੁਤ ਨੇ ਜਿਹੜੇ ਹੈ ਚੱਲਦੇ ਵੀ ਨੇ। ਕੋਸ਼ਿਸ਼ ਕਰੀਏ ਆਪਾਂ ਉਹਨੂੰ ਚੇਂਜ ਕਰੀਏ। ਹੁਣ ਮੈਂ ਆਪਣੀ ਵਡਿਆਈ ਨਹੀਂ ਕਰਦਾ, ਪਰ ਐਗਜ਼ਾਮਪਲ ਦਿੰਦਾ ਤੁਹਾਨੂੰ। ਹੁਣ ਜਿਵੇਂ ਮੈਂ ਟਰੱਕ ਵਾਲੇ ਦਾ ਕੰਮ ਕਰਦਾ ਸੀਗਾ, ਉੱਥੇ ਰਹਿ ਸਕਦਾ ਸੀ ਮੈਂ, ਸੌਖੀ ਜੌਬ ਸੀ ਮੇਰੇ ਵਾਸਤੇ। ਪਰ ਉੱਥੇ ਮੈਨੂੰ ਪਤਾ ਸੀ, ਮੈਂ ਮੰਮੀ ਨੂੰ ਦੱਸਦਾ ਹੁੰਦਾ ਸੀ, ਨਾਲੇ ਤੁਹਾਨੂੰ ਵੀ ਕੀ ਹੋਰ ਦੱਸਿਆ, ਉੱਥੇ ਉਹਦੀ ਜਿਹੜੀ ਉਹ ਬੋਲ ਚਾਲ ਸੀ ਉਹ ਰੂਹ ਨੂੰ ਵਧਾਉਣ ਵਾਲਾ ਨਹੀਂ ਸੀ, ਰੂਹ 'ਚ ਤਕਲੀਫ ਦੇਣ ਵਾਲਾ ਸੀ। ਕਿਉਂਕਿ ਗੱਲਾਂ 'ਚ ਤਾਂ ਹੀ ਹੁੰਦਾ ਮੇਰੇ ਵਾਸਤੇ ਚੰਗਾ ਨਹੀਂ ਸੀ ਉੱਥੇ ਰਹਿਣਾ, ਕਿਉਂਕਿ ਉੱਥੇ ਮੇਰੀ ਰੂਹ ਦਾ ਵਾਧਾ ਨਹੀਂ ਹੋ ਰਿਹਾ ਸੀ, ਮੇਰੀ ਰੂਹ ਨੇ ਘਟਣਾ ਸੀ ਉੱਥੇ। ਚੰਗੀ ਗੱਲ ਇਹੀ ਸੀ ਮੇਰੇ ਵਾਸਤੇ, ਪਰੇ ਹੋ ਜਾਓ ਜੇ ਮੈਂ ਆਪਣੇ ਵਧਾਉਣਾ। ਹਾਂ ਹੁਣ ਮੇਰੇ ਤੇ ਸੀ, ਮੈਂ ਦੇਖਣਾ ਸੀ, ਰੂਹ ਦੀ ਗੱਲ ਹੈ, ਪਰ ਪੈਸੇ ਵੀ ਬਣ ਰਹੇ ਨੇ, ਮੈਨੂੰ ਸੌਖਾ ਵੀ ਹੈ ਮੈਂ ਬਹੁਤ। ਇਹ ਬਸ ਆਣਾ ਜਾਣਾ ਤਾਂ ਸੌਖਾ ਹੈ ਮੈਂ ਬਹੁਤ, ਤੇ ਮੈਨੂੰ ਚੈੱਕ ਮਿਲੀ ਜਾਂਦਾ ਹਰ ਇੱਕ ਹਫ਼ਤੇ, ਚੰਗੀ ਗੱਲ ਹੈ।
ਜਾ ਕੇ ਉੱਥੇ ਬੈਠਣਾ ਹੀ ਆ। ਬੈਠਣਾ ਹੀ ਸੀ ਇੱਕ ਤਰ੍ਹਾਂ ਦਾ। ਉੱਥੇ ਸਟੂਡੈਂਟ ਉਹ ਘੁਮਾ ਇੱਧਰ ਨੂੰ, ਉਹ ਘੁਮਾ ਲੈ ਇੱਧਰ ਨੂੰ, ਬੈਠ ਕੇ ਉੱਥੇ ਬੈਠੇ ਕਈ ਵਾਰ ਬੋਰੇ ਹੁੰਦੇ ਸੀ। ਮੇਰੇ ਤੇ ਸੀ ਮੈਂ ਕਦਮ ਚੱਕਣਾ ਕੀ ਹੈ ਸਹੀ ਕੀ ਨਹੀਂ। ਜੇ ਮੈਂ ਸਹੀ ਕਦਮ ਚੱਕੂਗਾ, ਜਿਹੜੇ ਜੀਸਸ ਨੇ ਆਪਣੇ ਵਚਨ ਬੋਲੇ ਨੇ ਵੀ ਮੇਰੇ ਪਿਤਾ ਨੇ ਇਹਨਾਂ ਦੀ ਟੇਕ ਕੇਅਰ ਕੀਤੀ ਆ, ਤੁਹਾਡੀ ਕਿਉਂ ਨਹੀਂ ਕਰੂ, ਉਹ ਤਾਂ ਪੂਰੇ ਹੋਣਗੇ ਮੇਰੀ ਜ਼ਿੰਦਗੀ 'ਚ ਜੇ ਮੈਂ ਸਹੀ ਕਦਮ ਚੱਕੂਗਾ। ਮੱਲੋ ਮੱਲੇ ਨਹੀਂ ਹੋਣਗੇ ਕਿਉਂਕਿ ਜੀਸਸ ਦੀ ਸਟੈਂਪ ਲੱਗੀ ਆ ਆਪਣੇ ਤੇ, ਨਹੀਂ। ਜੀਸਸ ਦੇ ਵਚਨ ਨੇ ਜਿਹੜੇ, ਉਹ ਤਾਂ ਸ਼ੈਤਾਨ ਵੀ ਜਾਣਦਾ ਪੂਰੇ। ਵਚਨਾਂ ਦੇ ਜਿਹੜੇ ਵਚਨਾਂ ਤੋਂ ਕੰਮ ਗਾਉਣੇ ਨੇ ਨਾ ਰੂਹ ਦੇ, ਉਹਨਾਂ ਨੇ ਆਪਾਂ ਨੂੰ ਬਚਾਉਣਾ। ਕਿਉਂਕਿ ਜੀਸਸ ਦੇ ਜਿਹੜੇ ਵਚਨ ਨੇ, ਉਹ ਸ਼ੈਤਾਨ ਨੇ ਜੀਸਸ ਨੂੰ ਉਹਨਾਂ 'ਚ ਪਰਖਿਆ ਸੀ। ਬਹੁਤ ਲੋਕ ਇਹ ਭੁੱਲ ਜਾਂਦੇ ਨੇ। ਉਹਦੇ ਕਰਕੇ ਵਚਨ ਨੇ ਜਿਉਣਾ, ਇਹ ਕਦ ਜਿੰਦੇ ਹੁੰਦੇ ਨੇ ਜਦ ਆਪਣੀ ਜ਼ਿੰਦਗੀ ਦਾ ਹਿੱਸਾ ਬਣਦੇ ਨੇ ਤੇ ਉਸ 'ਚ ਰਹਿੰਦੇ ਨੇ, ਉਸ 'ਚ ਵੱਧਦੇ ਨੇ, ਉਸ 'ਚ ਫਲ ਦਿੰਦੇ ਨੇ ਤੇ ਉਸ 'ਚ ਇਸ 'ਚ ਵਾਧਾ ਹੁੰਦਾ, ਤਾਂ ਉਸ 'ਚ ਜਿਉਣਾ। ਨਹੀਂ ਤਾਂ ਕੋਈ ਜੋੜ ਨਹੀਂ ਹੈ। ਅਸੀਂ ਪੌਲ ਨੇ ਕਿਹਾ, ਜੇਮਸ ਨੇ ਵੀ ਕਿਹਾ ਇਸ 'ਚ, ਪਿਛਲੇ ਮੇਰੇ ਖਿਆਲ ਕਿਤੇ ਸੀ ਚੈਪਟਰ 2 'ਚ ਆ, ਫੇਥ ਵਿਦਆਊਟ ਡੀਡਸ, ਫੇਥ ਐਂਡ ਡੀਡਸ ਟਾਈਟਲ ਆ। ਕਹਿੰਦਾ ਆਪਣਾ ਵਿਸ਼ਵਾਸ ਨੂੰ ਤੇ ਕੰਮਾਂ ਬਗੈਰ, ਉਹ ਗੱਲ ਕਰਦਾ ਵਿਸ਼ਵਾਸ ਤੇ ਕੰਮ ਨੇ ਅਲੱਗਾ ਨਹੀਂ ਹੋ ਸਕਦੇ। ਆਪਾਂ ਨੂੰ ਚੱਲਣਾ ਪੈਣਾ ਸਿੱਧਾ ਹੋ ਕੇ ਪਰਮੇਸ਼ਵਰ 'ਚ। ਇਹੀ ਹੈ ਜੀ ਪਰਮੇਸ਼ਵਰ ਦਾ ਵਚਨ ਤੁਹਾਡੇ ਵਾਸਤੇ, ਸਾਰਿਆਂ ਵਾਸਤੇ, ਮੇਰੇ ਵਾਸਤੇ ਵੀ, ਕਿ ਆਪਾਂ ਹਰ ਇੱਕ ਗੱਲ 'ਚ ਛੋਟੀ ਤੋਂ ਛੋਟੀ ਲੈ ਕੇ ਬੜੀ ਤੋਂ ਬੜੀ, ਚਾਹੇ ਪੇਪਰ ਤੇ ਕਿਤੇ ਸਾਈਨ ਵੀ ਕਰਦੇ ਆ ਆਪਾਂ, ਪੜ੍ਹ ਲਓ ਕੀ ਗੱਲ ਤੇ ਸਾਈਨ ਕਰ ਰਹੇ ਹੋ ਤੁਸੀਂ, ਸਹੀ ਗੱਲ ਤੇ ਕਰ ਰਹੇ ਹੋ ਜਾਂ ਗਲਤ ਗੱਲ ਤੇ ਕਰ ਰਹੇ ਹੋ, ਆਪਣੇ ਤੇ ਆ। ਕਿਉਂਕਿ ਐਂਡ 'ਚ ਆਪਣੇ ਤੇ ਗੱਲ ਕਰਨੀ ਹੈ। ਹਰ ਇੱਕ ਚੀਜ਼ ਪਰਮੇਸ਼ਵਰ ਦੀ ਅੱਖਾਂ 'ਚ, ਦੁਨੀਆ ਦੇ 'ਚ ਚਾਹੇ ਲੁਕੀ ਹੋਵੇ, ਪਰਮੇਸ਼ਵਰ ਦੀ ਅੱਖਾਂ 'ਚ ਗੱਲ ਆਪਣੇ ਤੇ ਲੱਗਣੀ ਆ। ਉਹ ਚੰਗੀ ਆ ਮਾੜੀ ਆ ਆਪਣੇ ਤੇ ਆ। ਇਹਦੇ ਤੇ ਕਰਕੇ ਆਪਾਂ ਆਪਣੀ ਜ਼ਿੰਦਗੀ ਦਾ ਵਾਧਾ ਤਾਂ ਹੀ ਹੋਊਗਾ ਜੇ ਪਰਮੇਸ਼ਵਰ ਆਪਣੇ ਨਾਲ ਹੋਵੇ, ਕਿਉਂਕਿ ਉਹਦੇ ਰਾਹ 'ਚ ਆਪਾਂ ਚੱਲੇ ਹੋਏ ਹਾਂ। ਸਹੀ ਗੱਲ ਆ। ਇਹ ਜੀ ਅੱਜ ਦਾ ਵਚਨ। ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ। ਹੁਣ ਕਿਸੇ ਦੀ ਕੋਈ ਟੈਸਟਮਨੀ ਗਵਾਹੀ ਹੋ ਸਾਂਝੀ ਕਰ ਸਕਦੇ ਹਾਂ, ਫਿਰ ਆਪਾਂ ਪ੍ਰਾਰਥਨਾ ਕਰ ਲਾਂਗੇ। ਹਾਂਜੀ।